ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸ ਸਟੱਡੀ ਸਟੱਡੀ ਨੋਟਸ ਦੇ ਉੱਪਰ ਜੀ। ਸੋ ਈਟੀਟੀ ਦਾ ਸੈਕੰਡ ਐਗਜ਼ਾਮ ਦੇਣ ਜਾ ਰਹੇ ਵਿਦਿਆਰਥੀ, ਪੀਐਸ ਸਟੱਡੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਔਰ ਮਾਸਟਰ ਕਾਰਡ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਆਪਾਂ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦੀ ਵਿਆਕਰਨ ਦੇ ਜਿੰਨੇ ਵੀ ਟੌਪਿਕ ਨੇ ਜੀ ਉਹ ਕੁਇਕ ਰਿਵੀਜ਼ਨ ਦੇ ਵਿੱਚ ਡਿਸਕਸ ਕਰਾਂਗੇ। ਕਾਫੀ ਹੈਲਪਫੁਲ ਵੀਡੀਓ ਰਹੇਗੀ ਤੁਹਾਡੇ ਜਿਹੜੀ ਹੈ ਈਟੀਟੀ ਦੀ ਔਰ ਪੀਐਸ ਸਟੱਡੀ ਦੀ ਔਰ ਮਾਸਟਰ ਕਾਰਡ ਦੀ ਤਿਆਰੀ ਦੇ ਲਈ। ਔਰ ਇਸ ਤੋਂ ਪਹਿਲਾਂ ਅਸੀਂ ਸਿਵਿਕਸ, ਜੋਗਰਾਫੀ, ਹਿਸਟਰੀ ਦੀਆਂ और हिस्टरी ऑफ पंजाब ਦੀਆਂ ਕਾਫੀ ਵੀਡੀਓ ਅਪਲੋਡ ਕੀਤੀਆਂ ਹੋਏ ਨੇ। ਹਿੰਦੀ ਵਿਆਕਰਨ ਦੀਆਂ ਕਾਫੀ ਵੀਡੀਓ ਅਪਲੋਡ ਨੇ ਜਿਨ੍ਹਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ। ਵੀਡੀਓ ਦੇ ਅੰਤ ਦੇ ਵਿੱਚ ਵੀ ਜਿਹੜੀ ਪਲੇਲਿਸਟ ਸ਼ੋ ਹੋ ਜਾਏਗੀ ਜੀ। ਸੋ ਉਸ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਆ ਉਹ ਕਰ ਸਕਦੇ ਹੋ ਜੀ। ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸਾਡੇ ਟੌਪਿਕ ਨੇ ਜੀ ਪੰਜਾਬੀ ਭਾਸ਼ਾ, ਜਿਸ ਦੇ ਵਿੱਚ ਉਪ ਬੋਲੀਆਂ ਤੋਂ ਲੈ ਕੇ ਨਾਮ, ਪੜਨਾਮ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਕਾਰਕ, ਸੋ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਜਿਹੜਾ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਹੈ ਜੀ ਭਾਸ਼ਾ ਕੀ ਹੈ। ਭਾਸ਼ਾ ਕੀ ਹੈ? ਮਨੁੱਖ ਦੇ ਭਾਵਾਂ ਨੂੰ ਪ੍ਰਗਟਾਉਣ ਦਾ ਇੱਕ ਸਫਲ ਜਿਹੜਾ ਸਾਧਨ ਹੈ ਜਿਸ ਦੇ ਰਾਹੀਂ ਆਪਣੇ ਭਾਵਾਂ ਦਾ ਪ੍ਰਗਟਾਅ ਕਰਦਾ ਹੈ। ਔਰ ਚਾਰ ਪ੍ਰਮੁੱਖ ਅੰਗ ਨੇ ਜੀ ਭਾਸ਼ਾ ਦੇ: ਧੁਨੀ, ਸ਼ਬਦ, ਵਾਕ ਤੇ ਅਰਥ ਜੀ। ਦੂਸਰਾ ਕੁਐਸਚਨ ਹੈ ਵਿਆਕਰਨ ਕੀ ਹੁੰਦੀ ਹੈ? ਵਿਆਕਰਨ ਉਹ ਵਿਦਿਆ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਤੇ ਸਮਝਿਆ ਜਾਂਦਾ। ਸੋ ਕੋਈ ਵੀ ਭਾਸ਼ਾ ਜਦੋਂ ਜਨਮ ਲੈਂਦੀ ਹੈ ਤਾਂ ਉਸ ਦਾ ਨਾਲ ਦੇ ਨਾਲ ਹੀ ਉਹਦਾ ਨਿਯਮ ਵਿਧਾਨ ਵੀ ਜਿਹੜਾ ਜਨਮ ਲੈ ਲੈਂਦਾ ਕਿ ਕਰਤਾ ਕਿੱਥੇ ਆਊਗਾ ਵਾਕ ਦੇ ਵਿੱਚ, ਕਰਮ ਕਿੱਥੇ ਆਊਗਾ, ਕਿਰਿਆ ਕਿੱਥੇ ਆਉਣੀ ਹੈ, ਉਹ ਸਾਰਾ ਕੁਝ ਜਿਹੜਾ ਹੈ ਇਸ ਦੇ ਵਿੱਚ ਆਉਂਦਾ ਹੈ। ਔਰ ਹਰੇਕ ਭਾਸ਼ਾ ਦੀ ਆਪਣੀ ਜਿਹੜੀ ਵੱਖਰੀ ਵਿਆਕਰਨ ਹੈ ਉਹ ਹੁੰਦੀ ਹੈ ਜੀ। ਔਰ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ। ਮੌਖਿਕ ਜੋ ਆਪਾਂ ਬੋਲਦੇ ਹਾਂ ਜੀ, ਜਾਂ ਜਿਹਨੂੰ ਬੋਲਚਾਲ ਦੀ ਭਾਸ਼ਾ ਕਿਹਾ ਜਾਂਦਾ। ਦੂਜਾ ਹੁੰਦਾ ਲਿਖਤੀ ਜਾਂ ਸਾਹਿਤਕ ਭਾਸ਼ਾ। ਸੋ ਜਦੋਂ ਆਪਾਂ ਆਪਣੇ ਭਾਵਾਂ ਨੂੰ ਲਿਪੀ ਦੇ ਰਾਹੀਂ ਲਿਖ ਕੇ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਕੀ ਕਿਹਾ ਜਾਂਦਾ? ਲਿਖਤੀ ਭਾਸ਼ਾ। ਔਰ ਬੋਲ ਕੇ ਜਦੋਂ ਆਪਾਂ ਵਿਚਾਰ ਪ੍ਰਗਟ ਕਰਦੇ ਹਾਂ ਉਸ ਨੂੰ ਮੌਖਿਕ ਭਾਸ਼ਾ ਜੀ। ਔਰ ਉਪਭਾਸ਼ਾ ਕਿਸੇ ਭਾਸ਼ਾ ਦੇ ਸਥਾਨਕ ਜਿਹੜਾ ਰੂਪ ਹੈ ਉਹ ਹੁੰਦੀ ਹੈ ਜੀ। ਸੋ ਜਿਵੇਂ ਆਪਾਂ ਜਾਣਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਵਿਸ਼ੇਸ਼ ਭੂਗੋਲਿਕ ਸਥਿਤੀਆਂ ਹੋਣ ਕਾਰਨ ਅਤੇ ਆਵਾਜਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਇੱਕ ਖਿੱਤੇ ਦੇ ਲੋਕਾਂ ਦਾ ਦੂਸਰੇ ਖਿੱਤੇ ਦੇ ਲੋਕਾਂ ਨਾਲ ਕੋਈ ਬਹੁਤਾ ਮੇਲ ਜੋਲ ਨਹੀਂ ਸੀ ਹੁੰਦਾ। ਸੋ ਇਸ ਲਈ ਸੰਚਾਰ ਦੇ ਜਿਹੜੇ ਸਾਧਨ ਵੀ ਜਿਹੜੇ ਨੇ ਉਦੋਂ ਕਾਫੀ ਘੱਟ ਸੀ, ਵਿਕਾਸ ਨਹੀਂ ਸੀ ਹੋਇਆ, ਜਿਸ ਕਾਰਨ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਵਿੱਚ ਉਚਾਰਨ ਅਤੇ ਸ਼ਬਦਾਵਲੀ ਦੇ ਪੱਖੋਂ ਜਿਹੜਾ ਥੋੜ੍ਹਾ ਬਹੁਤਾ ਅੰਤਰ ਆ ਜਾਂਦਾ ਸੀ। ਇਹਦਾ ਕਾਰਨ ਹੁੰਦਾ ਸੀ ਦਰਿਆ, ਸੰਘਣੇ ਜੰਗਲ, ਪਹਾੜ, ਰਾਜਸੀ ਅਤੇ ਆਰਥਿਕ ਕਾਰਨ ਵੀ ਜਿਹੜੇ ਆ ਹੋ ਸਕਦੇ ਆ, ਜਿਹਦੇ ਕਾਰਨ ਜਿਹੜੀ ਭਾਸ਼ਾਈ ਭਿੰਨਤਾ ਉਹ ਕਾਇਮ ਰੱਖਣ ਦੇ ਵਿੱਚ ਸਹਾਇਕ ਜਿਹੜੇ ਸਿੱਧ ਹੁੰਦੇ ਸੀ। ਸੋ ਇਸ ਇੱਕ ਹੀ ਭਾਸ਼ਾ ਵਿੱਚ ਇਹਨਾਂ ਫਰਕਾਂ ਕਾਰਨ ਪ੍ਰਤੀਤ ਹੁੰਦੇ ਭਿੰਨ ਭਿੰਨ ਰੂਪਾਂ ਨੂੰ ਉਸ ਭਾਸ਼ਾ ਦੀਆਂ ਉਪ ਭਾਸ਼ਾਵਾਂ ਜਿਹੜਾ ਕਿਹਾ ਜਾਂਦਾ ਸੀ। ਔਰ ਪੰਜਾਬੀ ਦੀਆਂ ਉਪ ਭਾਸ਼ਾਵਾਂ ਦੀ ਗੱਲ ਕਰਾਂਗੇ ਜੀ ਅੱਗੇ। ਸਭ ਤੋਂ ਪਹਿਲਾਂ ਜੀ ਮਾਝੀ। ਮਾਝੀ ਜਿਹੜੀ ਹੈ ਰਾਵੀ ਅਤੇ ਬਿਆਸ ਦੇ ਵਿਚਕਾਰ ਬੋਲੀ ਜਾਂਦੀ ਹੈ। ਕੁਐਸਚਨ ਆ ਜਾਂਦਾ ਕਿ ਮਾਝੀ ਦੱਸੋ, ਜਾਂ ਸ਼ਹਿਰ ਦਾ ਨਾਂ ਦੇ ਕੇ ਜਿਹੜਾ ਜਿਵੇਂ ਪੁੱਛਿਆ ਜਾ ਸਕਦਾ ਹੈ ਕਿ ਤਰਨ ਤਾਰਨ ਦੇ ਵਿੱਚ ਜਿਹੜੀ ਕਿਹੜੀ ਭਾਸ਼ਾ ਉਹ ਬੋਲੀ ਜਾਂਦੀ ਹੈ ਜੀ। ਤਾਂ ਇਸ ਤਰ੍ਹਾਂ ਆਪਾਂ ਯਾਦ ਰੱਖਣਾ ਕਿ ਮਾਝੀ ਜਿਹੜੀ ਹੈ ਰਾਵੀ ਅਤੇ ਬਿਆਸ ਦੇ ਵਿਚਕਾਰ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਤਹਿਸੀਲ ਬਟਾਲਾ, ਲਾਹੌਰ ਅਤੇ ਸਿਆਲਕੋਟ ਦੇ ਵਿੱਚ ਜਿਹੜੀ ਹੈ ਬੋਲੀ ਜਾਂਦੀ ਹੈ ਜੀ। ਅੱਗੇ ਆ ਸਕਦਾ ਹੈ ਕਿ ਮਲਵਈ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਜਾਂ ਕਿਹੜੇ ਸ਼ਹਿਰ ਦੇ ਵਿੱਚ ਬੋਲੀ ਜਾਂਦੀ ਹੈ, ਕਿਹੜੇ 'ਚ ਨਹੀਂ ਬੋਲੀ ਜਾਂਦੀ ਹੈ। ਚਾਰ ਆਪਸ਼ਨਾਂ ਦੇ ਕੇ ਕੁਐਸਚਨ ਆ ਜਾਂਦਾ। ਤਾਂ ਮਲਵਈ ਬੋਲੀ ਜਾਂਦੀ ਜੀ ਲੁਧਿਆਣਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ। ਔਰ ਉਸ ਤੋਂ ਬਾਅਦ ਹੈ ਜੀ ਮਾਨਸਾ, ਬਰਨਾਲਾ, ਫਿਰੋਜ਼ਪੁਰ, ਸੰਗਰੂਰ, ਫਤਿਹਗੜ੍ਹ ਅਤੇ ਸਿਰਸਾ ਹਰਿਆਣਾ, ਔਰ ਪਟਿਆਲੇ ਦੇ ਕੁਝ ਭਾਗ ਜੀ। ਅੱਗੇ ਗੱਲ ਕਰਾਂਗੇ ਜੀ ਦੁਆਬੀ। ਸਤਲੁਜ ਅਤੇ ਬਿਆਸ ਦੇ ਵਿਚਕਾਰਲਾ ਜਿਹੜਾ ਇਲਾਕਾ ਹੈ ਜੀ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜੀ, ਇੱਥੇ ਦੁਆਬੀ ਬੋਲੀ ਜਾਂਦੀ ਹੈ ਜੀ। ਪੁਆਧੀ ਦੀ ਗੱਲ ਕਰਾਂਗੇ ਜੀ ਜ਼ਿਲ੍ਹਾ ਰੂਪਨਗਰ, ਜਿਹਨੂੰ ਰੋਪੜ ਕਹਿੰਦੇ ਸੀ ਜੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੂਰਬੀ ਹਿੱਸਾ, ਸੰਗਰੂਰ ਦਾ ਮਲੇਰਕੋਟਲਾ ਵੱਲ ਦਾ ਖੇਤਰ, ਫਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ, ਹਰਿਆਣੇ ਵਿੱਚ ਅੰਬਾਲਾ ਦੇ ਪੱਛਮੀ ਹਿੱਸੇ ਜੀ। ਅੱਗੇ ਜੀ ਪੋਠੋਹਾਰੀ। ਸੋ ਇਹ ਜਿਹੜੇ ਪਾਕਿਸਤਾਨ ਦੇ ਜੇਹਲਮ, ਰਾਵਲਪਿੰਡੀ ਅਤੇ ਕੈਮਲਪੁਰ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਬੋਲੀ ਜਾਂਦੀ ਹੈ। ਔਰ ਮੁਲਤਾਨੀ ਵੀ ਜਿਹੜੀ ਹੈ ਬਹਾਵਲਪੁਰ, ਝੰਗ, ਮੁਲਤਾਨ ਅਤੇ ਡੇਰਾ ਗਾਜ਼ੀ ਖਾਂ ਪਾਕਿਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਜੀ। ਅੱਗੇ ਗੱਲ ਕਰਾਂਗੇ ਜੀ ਡੋਗਰੀ ਦੀ। ਜੰਮੂ ਕਸ਼ਮੀਰ, ਕਾਂਗੜਾ ਦੇ ਕੁਝ ਹਿੱਸੇ ਜੀ। ਔਰ ਯਾਦ ਰੱਖਣਾ ਇੱਕ ਚੀਜ਼ ਹੋਰ, ਇਹ ਜਿਹੜੀ ਡੋਗਰੀ ਭਾਸ਼ਾ ਲੰਮਾ ਸਮਾਂ ਪੰਜਾਬੀ ਦੀ ਉਪਭਾਸ਼ਾ ਮੰਨੀ ਜਾਂਦੀ ਰਹੀ, ਪਰ ਹੁਣ ਇਸ ਨੂੰ ਭਾਰਤੀ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਜਿਹੜਾ ਦਰਜ ਭਾਰਤੀ ਭਾਸ਼ਾਵਾਂ ਦੇ ਨਾਲ ਬਤੌਰ ਸੁਤੰਤਰ ਭਾਸ਼ਾ ਜਿਹੜੀ ਮਾਨਤਾ ਉਹ ਦਿੱਤੀ ਗਈ ਹੈ। ਔਰ ਇਹਦਾ ਜਿਹੜਾ ਮੁੱਖ ਕੇਂਦਰ ਹੈ ਉਹ ਜੰਮੂ ਜ਼ਿਲ੍ਹਾ ਹੈ ਜੀ। ਅੱਗੇ ਗੱਲ ਕਰਾਂਗੇ ਜੀ ਪੰਜਾਬ ਦੀ ਸਰਬ ਸਾਂਝੀ ਜਿਹੜੀ ਭਾਸ਼ਾ ਟਕਸਾਲੀ ਜਾਂ ਮਿਆਰੀ ਪੰਜਾਬੀ ਹੈ ਉਹ ਹੈ ਮਾਝੀ ਉਪਭਾਸ਼ਾ ਦੇ ਆਧਾਰ 'ਤੇ ਹੈ ਜੀ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਟਕਸਾਲੀ ਜਾਂ ਮਿਆਰੀ ਭਾਸ਼ਾ ਕਿਹੜੀ ਪੰਜਾਬੀ ਦੀ, ਤਾਂ ਮਾਝੀ ਉਪਭਾਸ਼ਾ ਦੇ ਆਧਾਰ 'ਤੇ ਹੈ ਜੀ। ਨੈਕਸਟ ਹੈ ਜੀ ਪਿਜਨ ਅਤੇ ਕਰਿਓਲ ਵੰਨਗੀ। ਇਹ ਜਿਹੜੀਆਂ ਕਿਹੜੀਆਂ ਵੰਨਗੀਆਂ ਨੇ ਭਾਸ਼ਾ ਦੀਆਂ?
ਤਾਂ ਪਿਜਨ ਦਾ ਭਾਵ ਹੈ ਕੰਮ ਚਲਾਊ ਭਾਸ਼ਾ ਜੀ। ਔਰ ਸਮਾਂ ਪਾ ਕੇ ਕੰਮ ਚਲਾਊ ਭਾਸ਼ਾ ਜਿਹੜੀ ਹੈ ਸਥਾਨਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਜਿਹੜਾ ਕਰਿਓਲ ਦਾ ਨਾਂ ਦਿੱਤਾ ਜਾਂਦਾ ਹੈ ਜੀ। ਠੀਕ ਹੈ ਜੀ, ਐਗਜ਼ਾਮ 'ਚ ਕੁਐਸਚਨ ਆ ਸਕਦਾ ਕਿ ਪਿਜਨ ਕੀ ਹੈ? ਕੰਮ ਚਲਾਊ ਭਾਸ਼ਾ। ਕਰਿਓਲ ਕੀ ਹੈ? ਜਦੋਂ ਕੰਮ ਚਲਾਊ ਭਾਸ਼ਾ ਜਿਹੜੀ ਹੈ ਸਥਾਨਕ ਭਾਸ਼ਾ ਬਣ ਜਾਵੇ। ਅੱਗੇ ਗੱਲ ਕਰਾਂਗੇ ਜੀ ਸਵਰ ਧੁਨੀਆਂ, ਜਿਨ੍ਹਾਂ ਦਾ ਉਚਾਰਨ ਕਰਦੇ ਸਮੇਂ ਸਾਡੇ ਫੇਫੜਿਆਂ ਵਿੱਚੋਂ ਨਿਕਲਦੀ ਸਾਹ ਦੀ ਹਵਾ ਬੇਰੋਕ ਗਤੀ ਨਾਲ ਬਾਹਰ ਨਿਕਲ ਜਾਂਦੀ ਹੈ, ਉਹਨੂੰ ਕਿਹਾ ਜਾਂਦਾ ਹੈ ਜੀ ਸਵਰ ਧੁਨੀਆਂ ਜੀ। ਔਰ ਪੰਜਾਬੀ ਦੇ ਵਿੱਚ ਕਿੰਨੀਆਂ ਸਵਰ ਧੁਨੀਆਂ ਨੇ? 10 ਜੀ। ਆ ਮੁਕਤਾ, ਆ ਕੰਨਾ, ਈ ਸਿਹਾਰੀ, ਊੜੇ ਔਂਕੜ, ਊੜੇ ਦਲੌਂਕੜ, ਈੜੀ ਲਾਵਾਂ, ਐੜੇ ਦਲਾਵਾਂ, ਊੜੇ ਹੋੜਾ ਤੇ ਓੜੇ ਘਨੋੜਾ ਜੀ। ਅੱਗੇ ਜੀ ਲਘੂ ਸਵਰ ਧੁਨੀਆਂ ਇਹਨਾਂ ਦੇ ਵਿੱਚੋਂ ਕਿਹੜੀਆਂ ਨੇ? ਤਾਂ ਊੜੇ ਔਂਕੜ, ਐੜਾ ਤੇ ਈੜੀ। ਸੋ ਇਹ ਜਿਹੜੇ ਨੇ ਇਹਨਾਂ ਨੂੰ ਲਘੂ ਸਵਰ ਧੁਨੀਆਂ ਜਾਂ ਕੇਂਦਰੀ ਸਵਰ ਜਿਹੜਾ ਕਿਹਾ ਜਾਂਦਾ। ਔਰ ਦੀਰਘ ਸਵਰ ਧੁਨੀਆਂ ਕਿਹੜੀਆਂ ਨੇ? ਜਿਨ੍ਹਾਂ ਦੇ ਨਾਲ ਮਾਤਰਾਵਾਂ ਆ ਜਾਂਦੀਆਂ ਨੇ ਜੀ ਸਾਰਿਆਂ ਦੇ ਨਾਲ ਹੀ। ਆ ਕੰਨਾ, ਈ ਸਿਹਾਰੀ, ਊ ਦਲੌਂਕੜ, ਏ ਲਾਵਾਂ, ਦਲਾਵਾਂ, ਹੋੜਾ ਤੇ ਘਨੋੜਾ ਜੀ। ਸੋ ਲਘੂ ਦਾ ਮਤਲਬ ਹੁੰਦਾ ਛੋਟਾ, ਜਿਹਨੂੰ ਬੋਲਣ ਸਮੇਂ ਘੱਟ ਜਿਹੜਾ ਸਮਾਂ ਲੱਗਦਾ। ਸੋ ਇਹ 3 ਯਾਦ ਰੱਖ ਲਈਏ। ਕੁਐਸਚਨ ਆਉਂਦਾ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜੀ ਜਿਹੜੀ ਹੈ ਲਘੂ ਸਵਰ ਧੁਨੀ ਹੈ ਜਾਂ ਕਿਹੜੀ ਜਿਹੜੀ ਹੈ ਦੀਰਘ ਸਵਰ ਧੁਨੀ ਹੈ। ਸੋ ਜਦੋਂ ਇਸ ਤਰੀਕੇ ਨਾਲ ਆਪਾਂ ਨੂੰ ਦੱਸਦਾ ਹੀ ਪਤਾ ਹੋਏਗਾ ਕਿ ਇਹ ਜਿਹੜੀਆਂ 3 ਨੇ, 3 ਆਪਾਂ ਜੇ ਯਾਦ ਰੱਖ ਲਈਏ ਵੀ ਊੜੇ ਔਂਕੜ, ਐੜਾ ਮੁਕਤਾ ਤੇ ਈੜੀ ਸਿਹਾਰੀ। ਸੋ ਇਹ 3 ਜਿਹੜੀਆਂ ਨੇ ਲਘੂ ਨੇ, ਦੂਜੀਆਂ ਸਾਰੀਆਂ ਦੀਰਘ ਨੇ। ਸੋ ਇਸ ਚੀਜ਼ ਨੂੰ ਯਾਦ ਰੱਖ ਲਾਂਗੇ ਤਾਂ ਦੋਨੋਂ ਹੀ ਆਪਾਂ ਨੂੰ ਜਿਹੜਾ ਹੈ ਕੁਐਸਚਨ 'ਚ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਏਗੀ ਜੀ। ਅੱਗੇ ਜੀ ਸਵਰਵਾਹਕ। ਸਵਰਵਾਹਕ ਅੱਖਰ ਕਿਹੜੇ ਨੇ? 3 ਨੇ ਜੀ, ਊੜਾ, ਐੜਾ ਤੇ ਈੜੀ ਜੀ। ਅੱਗੇ ਗੱਲ ਕਰਾਂਗੇ ਜੀ ਵਿਅੰਜਨ। ਉਹ ਧੁਨੀ ਜਿਸ ਨੂੰ ਉਚਾਰਨ ਸਮੇਂ ਉਚਾਰਨ ਅੰਗ ਸਾਹ ਦੀ ਹਵਾ ਨੂੰ ਕਿਸੇ ਨਾ ਕਿਸੇ ਸਥਾਨ ਉੱਤੇ ਥੋੜ੍ਹੀ ਜਾਂ ਜ਼ਿਆਦਾ ਮਾਤਰਾ ਵਿੱਚ ਰੁਕਾਵਟ ਪਾਉਂਦੇ ਹਨ, ਉਹ ਵਿਅੰਜਨ ਧੁਨੀਆਂ ਨੇ ਜੀ। ਔਰ ਗੁਰਮੁਖੀ ਲਿਪੀ ਵਿੱਚ 35 ਵਰਨ ਜਾਂ ਅੱਖਰ ਨੇ ਜੀ। ਸੋ ਅੱਗੇ ਗੱਲ ਕਰਾਂਗੇ ਜੀ ਲਿਪੀ ਦੀ। ਲਿਪੀ ਕੀ ਹੁੰਦਾ? ਕਿਸੇ ਭਾਸ਼ਾ ਨੂੰ ਲਿਖਣ ਲਈ ਜਿਹੜੇ ਵਰਤੇ ਜਾਂਦੇ ਚਿੰਨ੍ਹ ਨੇ ਉਸ ਨੂੰ ਜਿਹੜਾ ਹੈ ਲਿਪੀ ਕਿਹਾ ਜਾਂਦਾ ਹੈ। ਔਰ ਪੰਜਾਬੀ ਦੀ ਲਿਪੀ ਕਿਹੜੀ ਹੈ? ਕੁਐਸਚਨ ਆਇਆ ਤਾਂ ਗੁਰਮੁਖੀ। ਹਿੰਦੀ ਦੀ ਦੇਵਨਾਗਰੀ ਹੈ ਜੀ। ਔਰ 35 ਅੱਖਰੀ ਇਸ ਨੂੰ ਕਿਹਾ ਜਾਂਦਾ ਕਿਉਂਕਿ ਇਸ ਦੇ ਵਿੱਚ 35 ਵਰਨ ਨੇ ਜੀ, ਜਿਹਦੇ ਵਿੱਚੋਂ ਜਿਹੜੇ ਨੇ 32 ਵਿਅੰਜਨ ਨੇ ਤੇ 3 ਸਵਰ ਨੇ। 3 ਸਵਰ ਕਿਹੜੇ ਨੇ ਆਪਾਂ ਡਿਸਕਸ ਕਰ ਚੁੱਕੇ ਹਾਂ, ਊੜਾ, ਐੜਾ ਤੇ ਈੜੀ ਜੀ। ਔਰ ਉਸ ਤੋਂ ਬਾਅਦ ਫਿਰ ਅਰਬੀ ਭਾਸ਼ਾ ਧੁਨੀਆਂ ਦੇ ਲਈ, ਸੋ ਅਰਬੀ ਫਾਰਸੀ ਦੀਆਂ ਜਿਹੜੀਆਂ ਧੁਨੀਆਂ ਨੇ ਉਹਨਾਂ ਨੂੰ ਲਿਖਣ ਦੇ ਲਈ 6 ਹੋਰ ਜਿਹੜੇ ਅੱਖਰ ਨੇ ਉਹ ਜੋੜੇ ਗਏ ਨੇ ਜੀ, ਜਿਹੜੇ ਸੀ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਲੱਲੇ ਪੈਰ ਬਿੰਦੀ ਜੀ। ਸੋ ਯਾਦ ਰੱਖਣਾ, ਕੁਐਸਚਨ ਆ ਸਕਦਾ ਹੈ ਕਿ ਕਿਹੜੀ ਭਾਸ਼ਾ ਦੀਆਂ ਧੁਨੀਆਂ ਦੇ ਲਈ ਜਿਹੜੇ 6 ਅੱਖਰ ਜੋੜੇ ਗਏ ਨੇ? ਅਰਬੀ ਤੇ ਫਾਰਸੀ ਦੇ ਲਈ ਜੀ। ਵਿਅੰਜਨਾਂ ਦਾ ਵਰਗੀਕਰਨ 2 ਆਧਾਰਾਂ 'ਤੇ ਕੀਤਾ ਜਾਂਦਾ ਹੈ ਜੀ। ਸੋ 32 ਜਿਹੜੇ ਵਿਅੰਜਨ ਨੇ ਜੀ ਉਹਨਾਂ ਦਾ ਅੱਗੇ ਜਿਹੜਾ ਵਰਗੀਕਰਨ ਹੈ 2 ਆਧਾਰਾਂ 'ਤੇ, ਉਚਾਰਨ ਸਥਾਨ ਤੇ ਦੂਸਰਾ ਹੈ ਉਚਾਰਨ ਢੰਗ। ਸੋ ਉਚਾਰਨ ਸਥਾਨ ਦੇ ਵਿੱਚ ਕੀ ਦੇਖਿਆ ਜਾਂਦਾ ਹੈ? ਇਸ ਦੇ ਅੰਤਰਗਤ ਇਹ ਦੇਖਿਆ ਜਾਂਦਾ ਕਿ ਕਿਹੜਾ ਵਿਅੰਜਨ ਮੂੰਹ ਵਿਚਲੇ ਕਿਹੜੇ ਅੰਗ ਦੀ ਸਹਾਇਤਾ ਨਾਲ ਕਿਹੜੀ ਥਾਂ ਦੀ ਸ਼ੋਅ ਦੇ ਨਾਲ ਜਿਹੜਾ ਪੈਦਾ ਹੁੰਦਾ ਹੈ ਜੀ। ਔਰ ਸਾਹ ਦੀ ਹਵਾ ਨੂੰ ਜਿਹੜੇ 2 ਉਚਾਰਨ ਅੰਗ ਰੋਕਦੇ ਨੇ ਜੀ, ਇੱਕ ਹੁੰਦੇ ਨੇ ਚੁਸਤ ਜੀ, ਉੱਪਰਲਾ ਜਵਾੜਾ ਤੇ ਬੁੱਲ ਜੋ ਹਵਾ ਨੂੰ ਰੋਕਦੇ ਨੇ। ਦੂਸਰੇ ਹੁੰਦੇ ਨੇ ਸੁਸਤ ਜੀਭ ਤੇ ਹੇਠਲਾ ਬੁੱਲ ਜੋ ਵਿਅੰਜਨਾਂ ਨੂੰ ਬੋਲਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਨੇ। ਅੱਗੇ ਗੱਲ ਆਉਂਦੀ ਹੈ, ਕੁਐਸਚਨ ਆਉਂਦਾ ਕਿ ਪਹਿਚਾਣ ਕਰੋ ਕੰਠੀ ਧੁਨੀ ਹੈ ਜਾਂ ਜਿਹੜੀ ਹੈ ਇਹ ਤਾਲਵੀ ਹੈ ਜਾਂ ਮੁਰਦਨੀ ਹੈ। ਤਾਂ ਉਸ ਦੇ ਲਈ ਆਪਾਂ ਨੂੰ ਇਹ ਯਾਦ ਰੱਖਣਾ ਪਏਗਾ ਕੰਠੀ ਧੁਨੀਆਂ ਕਿਹੜੀਆਂ ਨੇ ਜੀ? ਕ ਵਾਲੀ ਲਾਈਨ ਜੀ, ਜੀਭ ਕੋਮਲ ਤਾਲੂ ਨੂੰ ਛੂੰਹਦੀ ਹੈ ਜੀ ਇਹਦੇ ਵਿੱਚ ਜੀ, ਜਾਂ ਸੰਘ ਦੇ ਵਿੱਚ ਇਸ ਦਾ ਜਿਹੜਾ ਉਚਾਰਨਾ ਹੁੰਦਾ ਕੋਮਲ ਤਾਲੂ ਦੇ ਨਾਲ। ਕੁਐਸਚਨ ਇਹ ਵੀ ਆ ਸਕਦਾ ਹੈ ਕਿ ਜੀਭ ਜਦੋਂ ਕੋਮਲ ਤਾਲੂ ਨੂੰ ਛੂੰਹਦੀ ਹੈ ਤਾਂ ਕਿਹੜੇ ਧੁਨੀਆਂ ਦਾ ਉਚਾਰਨ ਹੁੰਦਾ? ਕੰਠੀ ਧੁਨੀਆਂ ਦਾ। ਕਿਹੜੀਆਂ ਕਿਹੜੀਆਂ ਨੇ ਜੀ? ਕੱਕਾ, ਖੱਖਾ, ਗੱਗਾ ਤੇ ngੰਗਾ ਜੀ, ਇਹ ਯਾਦ ਰੱਖਣਾ ਜੀ। ਨੈਕਸਟ ਹੈ ਜੀ, ਇੱਥੇ ਕੁਐਸਚਨ ਐਂ ਵੀ ਪੁੱਛਿਆ ਜਾ ਸਕਦਾ ਹੈ ਆਪਸ਼ਨ ਦੇ ਵਿੱਚ ਵੀ ਹੇਠ ਲਿਖਿਆਂ ਵਿੱਚੋਂ ਕਿਹੜੀ ਜਿਹੜੀ ਕੰਠੀ ਧੁਨੀਆਂ ਹੈ ਜਾਂ ਨਹੀਂ ਹੈ ਜੀ। ਅੱਗੇ ਹੈ ਜੀ ਤਾਲਵੀ ਧੁਨੀਆਂ ਦੀ ਗੱਲ ਕਰਾਂਗੇ। ਕ ਤੋਂ ਯਾਦ ਰੱਖਣਾ ਜੀ, ਕ ਵਾਲੀ ਲੈਣ ਕੰਠੀ ਧੁਨੀਆਂ ਕ, ਖ ਤੇ ਗ। ਤਾਲਵੀ ਧੁਨੀਆਂ ਜੀਭ ਕਠੋਰ ਤਾਲੂ ਨੂੰ ਛੂੰਹਦੀ ਹੈ ਜੀ, ਚੱਚਾ, ਛੱਛਾ, ਜੱਜਾ, ञ, ਸੱਸੇ ਪੈਰ ਬਿੰਦੀ ਤੇ ਯਈਆ ਜੀ। ਸੋ ਇਹਨੂੰ ਜਦੋਂ ਆਪਾਂ ਬੋਲਦੇ ਹਾਂ ਤਾਂ ਜੀਭ ਜਿਹੜੀ ਹੈ ਕਠੋਰ ਤਾਲੂ ਨੂੰ ਛੂੰਹਦੀ ਹੈ। ਉਲਟ ਜੀਭੀ ਜਾਂ ਮੂਰਧਨੀ, ਜੀਭ ਦਾ ਮੂਹਰਲਾ ਭਾਗ ਉਲਟਾ ਹੋ ਕੇ ਜਿਹੜਾ ਹੈ ਕਠੋਰ ਤਾਲੂ ਨੂੰ ਛੂੰਹਦਾ ਜੀ। ਸੋ ਉਲਟ ਦੇ ਟੈਕੇ ਤੋਂ ਯਾਦ ਰੱਖਣਾ ਟੈਂਕਾ ਜੀ, ਟੈਂਕੇ ਵਾਲੀ ਲੈਣ ਜੀ, ਟੈਂਕਾ, ਠੱਠਾ, ਡੱਡਾ, ਨਾਣਾ, ਲੱਲਾ ਤੇ ਅੜਾੜਾ ਜੀ। ਲੱਲੇ ਪੈਰ ਬਿੰਦੀ ਜੀ, ਲੱਲੇ ਪੈਰ ਬਿੰਦੀ, ਇਹ ਵੀ ਯਾਦ ਰੱਖਣਾ ਜੀ।
ਅੱਗੇ ਹੈ ਜੀ ਦੰਤੀ। ਦੰਤੀ ਜੀਭ ਦੀ ਨੋਕ ਉੱਪਰਲੇ ਦੰਦਾਂ ਨੂੰ ਛੂੰਹਦੀ ਹੈ ਜੀ। ਤੱਤਾ, ਥੱਥਾ, ਦੱਦਾ, ਨੰਨਾ, ਲੱਲਾ, ਰਾਰਾ, ਸੱਸਾ ਜੀ। ਸੋ ਇਹ ਜਿਹੜੀਆਂ ਨੇ ਯਾਦ ਰੱਖਣਾ। ਜੇਕਰ ਲੱਲੇ ਪੈਰ ਬਿੰਦੀ ਧੁਨੀ ਪੁੱਛਿਆ ਜਾਂਦਾ ਹੈ ਤਾਂ ਇਹ ਹੈ ਜੀ ਉਲਟ ਜੀਭੀ, ਔਰ ਜੇ ਇਕੱਲਾ ਲੱਲਾ ਪੁੱਛਿਆ ਜਾਂਦਾ ਲ ਤਾਂ ਇਹ ਦੰਤੀ ਹੈ। ਅੱਗੇ ਹੈ ਜੀ ਹੋਂਠੀ। ਹੋਂਠੀ ਕਿਹੜੀਆਂ ਨੇ ਜੀ? ਉਚਾਰਨ ਹੋਂਠਾਂ ਜਾਂ ਬੁੱਲਾਂ ਨਾਲ ਹੁੰਦਾ ਜੀ। ਪੱਪਾ, ਫੁੱਫਾ, ਬੱਬਾ, ਮੰਮਾ ਅਤੇ ਵਾਵਾ ਜੀ। ਪੱਪਾ, ਫੱਫਾ, ਬੱਬਾ, ਮੰਮਾ ਅਤੇ ਵਾਵਾ ਜੀ। ਹੁਣ ਇਹਨੂੰ ਯਾਦ ਰੱਖਣ ਦਾ ਕੀ ਤਰੀਕਾ ਹੈ? ਕੰਠੀ ਹੋ ਗਈਆਂ ਕੱਕੇ ਨਾਲ, ਠੀਕ ਹੈ ਜੀ। ਉਲਟ ਜੀਭੀ ਟੈਕੇ ਤੋਂ ਪਹਿਚਾਣ ਰੱਖਣੀ ਕਿ ਟੈਕੇ ਵਾਲੀ ਲਾਈਨ। ਦੰਤੀ ਦੱਦੇ ਤੋਂ ਯਾਦ ਰੱਖਣੀ ਕਿ ਦੱਦੇ ਵਾਲੀ ਲਾਈਨ ਕਿਹੜੇ 'ਚ ਆਉਂਦਾ? ਤੱਤੇ ਵਾਲੀ ਲਾਈਨ 'ਚ। ਤੱਤਾ, ਥੱਥਾ, ਦੱਦਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਜਿਹੜਾ ਹੈ ਤੁਸੀਂ ਇਸ ਦੀ ਪਹਿਚਾਣ ਰੱਖ ਸਕਦੇ ਹੋ। ਹੋਂਠੀ ਦੀ ਆਪਾਂ ਬੱਬੇ ਤੋਂ ਪਹਿਚਾਣ ਰੱਖ ਸਕਦੇ ਹਾਂ ਜੀ, ਬੁੱਲ। ਸੋ ਬੱਬੇ ਵਾਲੀ ਲਾਈਨ ਜੀ। ਪੱਪਾ, ਫੱਫਾ ਜਿਹਦੇ 'ਚ ਬੱਬਾ ਹੁੰਦਾ, ਹੋਂਠੀ ਆ ਗਈ ਬੁੱਲਾਂ ਦੇ ਨਾਲ ਉਚਾਰਨ ਹੁੰਦਾ। ਦੱਦਾ ਆ ਗਿਆ ਦੰਤੀ ਨਾਲ, ਔਰ ਟੈਕਾ ਆ ਗਿਆ ਉਲਟ ਜੀਭੀ, ਔਰ ਚੱਚਾ, ਛੱਛਾ, ਜੱਜਾ, ਝੱਜਾ ਜਿਹੀਆਂ ਤਾਲ ਵੀ ਵੈਸੇ ਹੀ ਆਪਾਂ ਨੂੰ ਯਾਦ ਰਹਿ ਜਾਏਗੀ। ਸੁਰ ਅੰਤਰੀ। ਸੁਰ ਅੰਤਰੀ ਮੁੱਖ ਤੋਂ ਉਚਾਰੀ ਜਾਣ ਵਾਲੀ ਸੁਤੰਤਰ ਧੁਨੀ ਜਿਹੜੀ ਹੈ ਉਹ ਅਖਵਾਉਂਦੀ ਹੈ, ਔਰ ਹਾਹਾ ਜਿਹੜੀ ਹੈ ਉਹ ਸੁਰ ਅੰਤਰੀ ਧੁਨੀ ਹੈ ਜੀ। ਦੂਸਰਾ ਹੈ ਜੀ ਉਚਾਰਨ ਢੰਗ ਦੇ ਨਾਲ ਜਿਹੜਾ ਵੰਡ ਕੀਤੀ ਗਈ ਹੈ ਵਿਅੰਜਨਾਂ ਦੀ, ਜਿਹਦੇ ਵਿੱਚ ਡਕਵੇਂ ਅਤੇ ਅਡਕਵੇਂ ਵਿਅੰਜਨ ਹੈ ਜੀ। ਡਕਵੇਂ ਵਿਅੰਜਨ ਕਿਹੜੇ ਹੁੰਦੇ ਨੇ? ਡਕਵੇਂ ਵਿਅੰਜਨਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਆ ਰਹੀ ਪੌਣ ਧਾਰਾ ਇੱਕਦਮ ਜਿਹੜੀ ਹੈ ਰੁਕ ਕੇ ਧੱਕੇ ਵਾਂਗ ਜਿਹੜੀ ਹੈ ਬਾਹਰ ਆਉਂਦੀ ਹੈ ਜੀ। ਔਰ ਇਹਦੇ ਵਿੱਚ ਪਹਿਲੇ 3 ਅੱਖਰ ਆਉਣਗੇ ਜੀ, ਕ ਵਰਗ ਦੇ, ਚ ਵਰਗ ਦੇ, ਟ ਵਰਗ ਤੇ, ਤ ਵਰਗ ਤੇ, ਪ ਵਰਗ ਦੇ ਜੀ। ਪਹਿਲੇ 3 ਅੱਖਰ ਡਕਵੇਂ ਵਿਅੰਜਨ 'ਚ ਆਉਣਗੇ ਜੀ। ਔਰ ਕੁੱਲ ਪੁੱਛਿਆ ਜਾਏ ਡਕਵੇਂ ਵਿਅੰਜਨ ਕਿੰਨੇ ਨੇ ਤਾਂ 15 ਨੇ ਜੀ। ਕੱਕਾ, ਖੱਖਾ, ਗੱਗਾ। ਸੋ ਪਹਿਲੇ 3 ਹੋ ਗਏ, ਚੱਚਾ, ਛੱਛਾ, ਜੱਜਾ ਪਹਿਲੇ 3, ਟੈਂਕਾ, ਠੱਠਾ, ਡੱਡਾ ਪਹਿਲੇ 3, ਤੱਤਾ, ਥੱਥਾ, ਦੱਦਾ, ਔਰ ਪੱਪਾ, ਫੱਫਾ, ਬੱਬਾ ਜੀ। ਕ, ਚ, ਟ ਤੇ ਪ ਵਰਗ ਦੇ ਪਹਿਲੇ 3 ਅੱਖਰ ਕਾਹਦੇ 'ਚ ਆਉਣਗੇ? ਡਕਵੇਂ ਵਿਅੰਜਨ 'ਚ ਜੀ। ਕੁੱਲ ਕਿੰਨੇ ਨੇ ਡਕਵੇਂ ਵਿਅੰਜਨ? 15 ਜੀ। ਅਗਲਾ ਕੁਐਸਚਨ ਹੈ ਜੀ ਅਡਕਵੇਂ ਵਿਅੰਜਨ ਕਿਹੜੇ ਨੇ? ਸੋ ਇਹਦੇ ਵਿੱਚੋਂ ਇਹ ਪੁੱਛਿਆ ਜਾ ਸਕਦਾ ਕਿ ਕਿਹੜਾ ਜਿਹੜਾ ਹੈ ਇਹ ਵਿਅੰਜਨ ਡਕਵਾਂ ਹੈ ਜਾਂ ਅਡਕਵਾਂ ਵਿਅੰਜਨ ਹੈ। ਸੋ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਵੀ ਪਹਿਲੇ 3 ਅੱਖਰਾਂ 'ਚ ਜੇ ਕੋਈ ਪੁੱਛਿਆ ਜਾਂਦਾ ਤਾਂ ਅਡਕਵਾਂ ਵਿਅੰਜਨ ਹੈ ਜੀ, ਠੀਕ ਹੈ ਜੀ। ਅੱਗੇ ਗੱਲ ਕਰਾਂਗੇ ਅਡਕਵੇਂ ਵਿਅੰਜਨ। ਅਡਕਵੇਂ ਵਿਅੰਜਨ ਦੇ ਉਚਾਰਨ ਸਮੇਂ ਜਿਹੜਾ ਫੇਫੜਿਆਂ ਵਿੱਚੋਂ ਨਿਕਲਦੀ ਹਵਾ ਨੂੰ ਉਚਾਰਨ ਸਥਾਨ ਉੱਤੇ ਪੂਰੀ ਤਰ੍ਹਾਂ ਰੋਕ ਜਿਹੜੀ ਹੈ ਨਹੀਂ ਪੈਂਦੀ ਜੀ। ਸੋ ਇਹਦੇ ਵਿੱਚ ਆਉਂਦੇ ਨੇ ਜੀ ਨਾਸਕੀ ਵਿਅੰਜਨ, ਹਵਾ ਨੱਕ ਦੇ ਰਸਤੇ ਨਿਕਲਦੀ ਹੈ ਜੀ। ਝੱਜਾ, ਨਈਆਂ, ਨਾਣਾ, ਨੰਨਾ ਅਤੇ ਮੰਮਾ। ਸੋ ਬਾਕੀ 'ਚ ਆਪਾਂ ਸਹੀ ਕਰ ਲੈਂਦੇ ਹਾਂ ਜੀ। ਕਈ ਵਾਰੀ ਇਹ ਮੰਮੇ 'ਚ ਕਨਫਿਊਜ਼ ਹੋ ਜਾਂਦੇ ਆ ਕਿ ਜਿਹੜਾ ਹੈ ਇਹ ਨਾਸਕੀ ਵਿਅੰਜਨ ਹੈ ਜਾਂ ਨਹੀਂ ਹੈ। ਤਾਂ ਜਿਹੜਾ ਮ ਹੈ ਇਹ ਵੀ ਨਾਸਕੀ ਵਿਅੰਜਨ ਹੈ ਜੀ। ਸੰਘਰਸ਼ੀ ਵਿਅੰਜਨ ਜਿਹੜੇ ਵੀ ਪੈਰ ਬਿੰਦੀ ਵਾਲੇ ਨੇ ਜੀ, ਫੱਫੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਸੱਸਾ, ਸੱਸੇ ਪੈਰ ਬਿੰਦੀ, ਘੱਗਾ ਔਰ ਗੱਗਾ, ਇਹ ਨੇ ਜੀ ਸੰਘਰਸ਼ੀ ਵਿਅੰਜਨ। ਪਾਰਸ਼ਿਵ ਧੁਨੀਆਂ ਕਿਹੜੀਆਂ ਨੇ? ਲੱਲਾ, ਪੈਰ ਬਿੰਦੀ ਅਤੇ ਲ ਜੀ। ਫਟਕਵੇਂ ਵਿਅੰਜਨ 'ਚ ਆ ਜਾਂਦਾ ਜੀ ਡਾੜਾ, ਔਰ ਕਾਂਪਵਾਂ ਵਿਅੰਜਨ ਕਿਹੜਾ ਹੈ ਜੀ? ਅਰਾਰਾ। ਅੱਗੇ ਅਰਧ ਸਵਰ ਕਿਹੜੇ ਨੇ ਜੀ? ਅਰਧ ਸਵਰ ਪੈ ਜਾਂਦਾ ਜੀ ਯਈਆ ਅਤੇ ਵਾਵਾ। ਸੋ 2 ਅਜਿਹੀਆਂ ਸਵਰ ਧੁਨੀਆਂ ਨੇ ਜੋ ਸਵਰ ਵਿੱਚ ਤਬਦੀਲ ਹੋਣ ਦੀ ਸਮਰੱਥਾ ਰੱਖਦੀਆਂ ਨੇ। ਜਿਵੇਂ ਗਿਆਨੀ ਨੂੰ ਜਿਹੜਾ ਹੈ ਲਿਖਿਆ ਜਾ ਸਕਦਾ ਹੈ ਗਿਆਨੀ, ਸੁਆਮੀ ਨੂੰ ਸੁਆਮੀ। ਸੋ ਇੱਥੇ ਵਾਵਾ ਜਿਹੜਾ ਹੈ ਉਹ ਸਵਰ ਦੇ ਵਿੱਚ ਤਬਦੀਲ ਹੋ ਗਿਆ ਆ ਦੇ ਵਿੱਚ, ਔਰ ਯਈਆ ਵੀ ਜਿਹੜਾ ਹੈ ਆ ਦੇ ਵਿੱਚ ਤਬਦੀਲ ਹੋ ਗਿਆ। ਇਸ ਕਰਕੇ ਇਹਨਾਂ ਨੂੰ ਜਿਹੜਾ ਅੱਧ ਸਵਰ ਧੁਨੀਆਂ ਜਾਂ ਅਰਧ ਸਵਰ ਧੁਨੀਆਂ ਜਿਹੜਾ ਹੈ ਕਿਹਾ ਜਾਂਦਾ ਹੈ ਜੀ। ਅੱਗੇ ਜੀ ਸਵਰਾਂ ਨੂੰ ਵੀ ਜਿਹੜੀ ਵੰਡ ਹੈ ਬੁੱਲਾਂ ਦੀ ਸਥਿਤੀ ਦੇ ਅਨੁਸਾਰ ਵੀ ਵੰਡਿਆ ਜਾਂਦਾ। ਗੁਲਾਈਦਾਰ ਜਿਨ੍ਹਾਂ ਦੇ ਵਿੱਚ ਆਪਣਾ ਜਦੋਂ ਆਪਾਂ ਉਹਨਾਂ ਨੂੰ ਬੋਲਦੇ ਹਾਂ ਊ, ਤਾਂ ਆਪਣੇ ਜਿਹੜੇ ਇੱਕ ਬੁੱਲਾਂ ਦੀ ਸ਼ੇਪ ਜਿਹੜੀ ਹੈ ਗੁਲਾਈਦਾਰ ਹੋ ਜਾਂਦੀ ਹੈ। ਊੜੇ ਔਂਕੜ ਊ, ਊ, ਓ, ਔ 4 ਨੇ ਜੀ ਗੁਲਾਈਦਾਰ। ਬਾਕੀ ਜਿਹੜੇ ਨੇ ਈੜੀ ਸਿਹਾਰੀ, ਈੜੀ ਬਿਹਾਰੀ, ਲਾਵਾਂ, ਐੜੇ ਦਲਾਈਆਂ ਐ, ਅ ਅਤੇ ਆ, ਇਹ ਨੇ ਜੀ ਗੁਲਾਈ ਰਹਿਤ ਜੀ। ਅੱਗੇ ਜੀ ਕਈ ਵਾਰੀ ਕੁਐਸਚਨ ਆ ਜਾਂਦਾ ਹੈ ਕਿ ਊੜੇ ਨੂੰ ਕਿੰਨੀਆਂ ਮਾਤਰਾ ਲੱਗਦੀਆਂ ਨੇ, ਜਾਂ ਐੜੇ ਨੂੰ ਕਿੰਨੀਆਂ ਮਾਤਰਾ ਲੱਗਦੀਆਂ ਨੇ, ਜਾਂ ਈੜੀ ਨੂੰ ਕਿੰਨੀਆਂ ਮਾਤਰਾਵਾਂ ਲੱਗਦੀਆਂ ਨੇ। ਤਾਂ ਊੜੇ ਦੀ ਗੱਲ ਕਰਾਂਗੇ ਜੀ। ਊੜੇ ਨੂੰ ਜਿਹੜੀਆਂ ਨੇ ਲੱਗਦੀਆਂ ਨੇ ਜੀ ਔਂਕੜ, ਦੁਲੈਂਕੜ ਅਤੇ ਹੋੜਾ ਜੀ। 3 ਮਾਤਰਾਵਾਂ ਜਿਹੜੀਆਂ ਨੇ ਲੱਗਦੀਆਂ ਨੇ, ਔਰ ਮੁਕਤੇ ਦੇ ਰੂਪ ਦੇ ਵਿੱਚ ਕਦੇ ਵੀ ਜਿਹੜਾ ਊੜਾ ਨਹੀਂ ਆਉਂਦਾ ਜੀ। ਅੱਗੇ ਗੱਲ ਕਰਾਂਗੇ ਜੀ ਐੜੇ ਦੀ। ਸੋ ਐੜੇ ਦੇ ਨਾਲ ਜਿਹੜੀਆਂ ਨੇ ਯਾਦ ਰੱਖਣਾ 4 ਲੱਗਦੀਆਂ ਨੇ ਜੀ। ਐੜਾ ਮੁਕਤਾ ਆ ਜਾਂਦਾ ਜੀ। ਉਸ ਤੋਂ ਇਲਾਵਾ ਜਿਹੜਾ ਹੈ ਕੰਨਾ, ਜਿਵੇਂ ਕੱਕੇ ਕੰਨਾ ਕਾਰ ਆ ਕਾਰ ਜੀ, ਅਮਨ ਆ ਗਿਆ ਮੁਕਤਾ,
दुलावा ऐतवार ऐड़े दलाइयाँ कनौड़ा ऐड़े कनौड़ा खखे करन। सो 4 लगदियां ने जी ऐड़े नाल। ईड़ी नाल गल करांगे सिहारी बिहारी और लां, जिवें इस्त्री ईसा एकता। सो ईड़ी नाल भी 3 लगदियां ने। ऊड़े ते ईड़ी दे नाल 3 मात्रावां जी, ऐड़े दे नाल 4 लगदियां ने। अगे है जी एक चीज़ होर याद रखनी कि गंगा यइयां नाड़ा डाड़ा ते लल्ले पैर बिंदी। सो इन्हां धुनियां दे नाल कोई भी जिहड़ा शब्द शुरू नहीं हुंदा जी। दुੱਤ ਅੱਖਰਾਂ ਦੀ ਗੱਲ ਕਰਾਂਗੇ। ਦੁੱਤ ਅੱਖਰ ਕਿਹੜੇ ਨੇ ਜਿਹੜੇ ਪੈਰ ਦੇ ਵਿੱਚ ਪੈਂਦੇ ਨੇ ਜੀ, ਔਰ 3 ਦੁੱਤ ਅੱਖਰ ਨੇ ਪੰਜਾਬੀ ਦੇ ਵਿੱਚ ਹਾਹਾ ਰਾਰਾ ਤੇ ਵਾਵਾ। ਜਿਵੇਂ ਆਪਾਂ ਪਾ ਦਿੰਦੇ ਜੀ ਪ੍ਰੀਤ ਪੱਪੇ ਦੇ ਪੈਰ 'ਚ ਰਾਰਾ ਤੱਤਾ, ਇਸੇ ਤਰ੍ਹਾਂ ਸਵੈ ਜੀਵਨੀ ਹੈ ਨਾ ਜੀ। ਤੇ ਅੱਗੇ ਲਗਾਖਰਾਂ ਦੀ ਗੱਲ ਕਰਾਂਗੇ ਜੀ। ਲਗਾਖਰ ਲਗਾ ਨਾਲ ਵਰਤੇ ਜਾਂਦੇ ਚਿੰਨ੍ਹ ਬਹੁਤ ਇੰਪੋਰਟੈਂਟ ਨੇ। 2 ਇਹਨਾਂ ਦੇ ਵਿੱਚੋਂ ਕੁਐਸਚਨ ਹਰ ਵਾਰ ਜਿਹੜਾ PSTET ਦੇ ਵਿੱਚ ਜ਼ਰੂਰ ਆਉਂਦਾ ਹੁੰਦਾ। ਜਾਂ ਤਾਂ ਦੁੱਤ ਅੱਖਰ ਪੁੱਛੇ ਜਾਂਦੇ ਨੇ ਕਿ ਹੇਠ ਲਿਖਿਆਂ ਦੇ ਵਿੱਚੋਂ ਦੁੱਤ ਅੱਖਰ ਹੈ ਜਾਂ ਨਹੀਂ ਹੈ, ਜਾਂ ਇਹ ਜਿਹੜਾ ਹੈ ਲਗਾਖਰ ਕਿਹੜੇ ਹੁੰਦੇ ਨੇ। ਤਾਂ ਬਿੰਦੀ ਟਿੱਪੀ ਤੇ ਅੱਧਕ 3 ਹੀ ਲਗਾਖਰ ਨੇ ਔਰ 3 ਹੀ ਦੁੱਤ ਅੱਖਰ ਨੇ। ਅੱਗੇ ਗੱਲ ਕਰਾਂਗੇ ਜੀ ਅਲਪ ਪ੍ਰਾਣ। ਸੋ ਵਿਅੰਜਨਾਂ ਦੀ ਅੱਗੇ ਇੱਕ ਹੋਰ ਵੰਡ ਹੈ ਜੀ ਅਲਪ ਪ੍ਰਾਣ ਤੇ ਜਿਹੜਾ ਹੈ ਮਹਾਪ੍ਰਾਣ ਦੇ ਵਿੱਚ ਵੰਡ ਕੀਤੀ ਹੋਈ ਹੈ। ਜਿਹੜੇ ਵਿਅੰਜਨਾਂ ਦੇ ਉਚਾਰਨ ਵਿੱਚ ਥੋੜ੍ਹੀ ਮਾਤਰਾ ਵਿੱਚ ਸਾਹ ਜਿਹੜਾ ਬਾਹਰ ਨਿਕਲੇ ਉਹਨੂੰ ਕਹਿੰਦੇ ਨੇ ਜੀ ਅਲਪ ਪ੍ਰਾਣ। ਘੱਟ ਅਲਪ ਸੰਖਿਆ ਜਿਵੇਂ ਆਪਾਂ ਬੋਲ ਦਿੰਦੇ ਹਾਂ ਘੱਟ ਸੰਖਿਆ, ਸੋ ਘੱਟ ਹਵਾ ਜੀ। ਜਿਵੇਂ ਕੱਕਾ ਪਹਿਲੇ ਵਰਨ ਜੀ, ਸੋ ਕੱਕਾ ਚੱਚਾ ਟੈਕਾ ਤੱਤਾ ਤੇ ਪੱਪਾ ਜੀ। ਤੀਜੇ ਵਰਨ ਗੱਗਾ ਜੱਜਾ ਡੱਡਾ ਦੱਦਾ ਤੇ ਬੱਬਾ ਜੀ। ਦੂਸਰੇ ਨੇ ਜੀ ਮਹਾਪ੍ਰਾਣ। ਮਹਾ ਮਤਲਬ ਜ਼ਿਆਦਾ, ਉਚਾਰਨ ਸਮੇਂ ਜ਼ਿਆਦਾ ਮਾਤਰਾ ਦੇ ਵਿੱਚ ਹਵਾ ਜਿਹੜੀ ਬਾਹਰ ਨਿਕਲਦੀ ਹੈ ਜੀ। ਦੂਜਾ ਵਰਨ ਹੈ ਜਿਵੇਂ ਕੱਕੇ ਤੋਂ ਬਾਅਦ ਦੂਸਰਾ ਖੱਖਾ ਹੁੰਦਾ ਜੀ, ਚੱਚੇ ਤੋਂ ਬਾਅਦ ਛੱਛਾ ਹੁੰਦਾ, ਠੱਠਾ ਥੱਥਾ ਬੱਬਾ। ਸੋ ਦੂਸਰਾ ਵਰਨ ਔਰ ਚੌਥਾ ਵਰਨ ਇਹ ਜਿਹੜੇ ਨੇ ਕੀ ਨੇ ਮਹਾਪ੍ਰਾਣ ਨੇ। ਥੋੜ੍ਹਾ ਜਿਹਾ ਇਹਨਾਂ ਨੂੰ ਟੈਕਨੀਕਲ ਸਮਝਾਂਗੇ ਤਾਂ ਬੜੇ ਆਰਾਮ ਨਾਲ ਆਪਾਂ ਜਿਹੜਾ ਹੈ ਲੱਭ ਲਵਾਂਗੇ। ਪਹਿਲੀ ਲਾਈਨ ਕੀ ਹੈ, ਵਰਨਮਾਲਾ ਦੀ ਜਿਹੜੀ ਪਹਿਲੀ ਲਾਈਨ ਹੈ ਕੀ ਹੈ ਅਲਪ ਪ੍ਰਾਣ। ਦੂਸਰੀ ਫਿਰ ਆ ਜਾਂਦੀ ਹੈ ਜੀ ਮਹਾਪ੍ਰਾਣ, ਔਰ ਤੀਸਰੀ ਫਿਰ ਆ ਜਾਂਦੀ ਹੈ ਜੀ ਅਲਪ ਪ੍ਰਾਣ, ਔਰ ਚੌਥੀ ਜਿਹੜੀ ਹੈ ਫਿਰ ਆ ਜਾਂਦੀ ਹੈ ਮਹਾਪ੍ਰਾਣ। ਸੋ ਇਹਨੂੰ ਲਿਖ ਕੇ ਵੀ ਆਪਾਂ ਜੇ ਫਾਈਂਡ ਆਊਟ ਜਿਹੜਾ ਹੈ ਐਗਜ਼ਾਮ ਦੇ ਵਿੱਚ ਕਰ ਸਕਦੇ ਹਾਂ। ਜੇ ਪੁੱਛਿਆ ਜਾਵੇ ਕੁਐਸਚਨ ਕਿ ਦੱਸੋ ਕਿ ਜਿਹੜੀ ਧੁਨੀ ਹੈ ਅਲਪ ਪ੍ਰਾਣ ਹੈ ਜਾਂ ਮਹਾਪ੍ਰਾਣ ਹੈ ਜੀ। ਨੈਕਸਟ ਹੈ ਜੀ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਜਿਹੜੀ ਹੈ ਉਹ ਸ਼ਬਦ ਹੈ ਜੀ। ਔਰ ਪ੍ਰਯੋਗ ਦੇ ਆਧਾਰ 'ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ 8 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ਸ਼ਬਦ ਭੇਦ ਕਿਹਾ ਜਾਂਦਾ ਹੈ ਜੀ। ਔਰ 8 ਕਿਹੜੀਆਂ ਨੇ ਜੀ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਤੇ ਵਿਸਮਿਕ ਜੀ। ਸੋ ਅੱਗੇ ਗੱਲ ਕਰਾਂਗੇ ਜੀ ਨਾਮ ਕੀ ਹੁੰਦਾ ਹੈ, ਕਿਸੇ ਵਿਅਕਤੀ ਸਥਾਨ ਜੀਵ ਵਸਤੂ ਹਾਲਤ ਗੁਣ ਭਾਵ ਕੰਮ ਆਦਿ ਬਾਰੇ ਜਿਹੜੇ ਸ਼ਬਦ ਤੋਂ ਸਾਨੂੰ ਪਤਾ ਲੱਗਦਾ ਉਸ ਨੂੰ ਨਾਮ ਕਹਿੰਦੇ ਨੇ। ਜਿਵੇਂ ਪਟਿਆਲਾ ਹਰਦੀਪ ਖੰਡ ਆਦਿ ਜੀ। ਭੇਦ ਕਿੰਨੇ ਨੇ ਦੇ ਕਿਸਮਾਂ ਕਿੰਨੀਆਂ ਨੇ, ਤਾਂ 5 ਕਿਸਮਾਂ ਨੇ ਜੀ। ਨਿੱਜਵਾਚਕ ਜਾਂ ਜਿਹਨੂੰ ਖਾਸ ਨਾਮ ਕਹਿੰਦੇ ਆ ਜੀ, ਜਿਸ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਖਾਸ ਜੀਵ ਖਾਸ ਥਾਂ ਜਾਂ ਖਾਸ ਵਸਤੂ ਦਾ ਪਤਾ ਲੱਗੇ। ਜਿਵੇਂ ਪਟਿਆਲਾ ਸਤਲੁਜ ਹੈ ਨਾ। ਔਰ ਜਾਤੀਵਾਚਕ ਕੀ ਹੈ, ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਜਿਹੜਾ ਸ਼ਬਦ ਕਰਾਉਂਦਾ। ਜਿਵੇਂ ਲੜਕਾ ਕੋਈ ਵੀ ਹੋ ਸਕਦਾ ਹੈ ਜੀ। ਲੜਕਾ ਕੀ ਹੈ, ਜਾਤੀਵਾਚਕ ਨਾਮ ਹੈ ਜਾਂ ਆਮ ਨਾਮ ਹੈ। ਜਦੋਂ ਆਪਾਂ ਕੋਈ ਸਪੈਸ਼ਲ ਨਾਮ ਲੈਂਦੇ ਹਾਂ ਜਿਵੇਂ ਹਰਦੀਪ, ਤਾਂ ਹਰਦੀਪ ਕਿਹਦੇ 'ਚ ਚਲਾ ਗਿਆ, ਫਸਟ ਵਾਲੀ ਆਪਸ਼ਨ 'ਚ ਆਪਣੇ 'ਚ ਜਿਹੜਾ ਹੈ ਨਿੱਜਵਾਚਕ ਜਾਂ ਖਾਸ ਨਾਮ। ਪੁਸਤਕ ਕੋਈ ਵੀ ਹੋ ਸਕਦੀ ਹੈ, ਪਰ ਜਦੋਂ ਇੱਕ ਪ੍ਰੋਪਰ ਨਾਮ ਫੁੱਲ ਕੋਈ ਵੀ ਹੋ ਸਕਦਾ। ਜਦੋਂ ਆਪਾਂ ਗੁਲਾਬ ਕਹਿੰਦੇ ਹਾਂ ਤਾਂ ਉਹ ਚਲਾ ਗਿਆ ਜੀ ਖਾਸ ਨਾਮ ਜਾਂ ਨਿੱਜਵਾਚਕ 'ਚ। ਜਦੋਂ ਆਪਾਂ ਫੁੱਲ ਕਹਿਤਾ ਤਾਂ ਫੁੱਲ ਜਿਹੜਾ ਹੈ ਜਾਤੀਵਾਚਕ ਜਾਂ ਆਮ ਨਾਮ ਹੋ ਗਿਆ ਜੀ। ਇਸੇ ਤਰ੍ਹਾਂ ਪਟਿਆਲਾ ਜੇ ਆਪਾਂ ਸ਼ਹਿਰ ਕਹਿੰਦੇ ਹਾਂ ਤਾਂ ਸ਼ਹਿਰ ਜਾਤੀਵਾਚਕ ਜਾਂ ਆਮ ਨਾਮ ਹੈ, ਪਟਿਆਲਾ ਜਿਹੜਾ ਇੱਕ ਖਾਸ ਸ਼ਹਿਰ ਹੈ ਜੀ। ਅੱਗੇ ਹੈ ਜੀ ਸਮੂਹਵਾਚਕ ਜਾਂ ਇਕੱਠਵਾਚਕ, ਜਿਸ ਤੋਂ ਕਿਸੇ ਸਮੂਹ ਦਾ ਪਤਾ ਲੱਗਦਾ ਜੀ, ਜਾਂ ਜਿਹੜਾ ਹੈ ਇਕੱਠ ਦਾ ਪਤਾ ਲੱਗਦਾ। ਜਿਵੇਂ ਫੌਜ ਸ਼੍ਰੇਣੀ ਜਾਂ ਜਮਾਤ ਆਪਾਂ ਕਹਿ ਦਈਏ ਕਾਫੀ ਜਣਿਆਂ ਦਾ ਇਕੱਠ ਹੋ ਗਿਆ। ਟੀਮ ਹੋ ਗਿਆ, ਟੀਮ ਵੀ ਕਾਫੀ ਜਣਿਆਂ ਦੀ ਹੋ ਗਈ। ਟੋਲੀ ਹੋ ਗਈ। ਅੱਗੇ ਹੈ ਜੀ ਪਦਾਰਥਵਾਚਕ ਜਾਂ ਵਸਤੂਵਾਚਕ, ਜੇ ਕਿਸੇ ਵਸਤੂ ਜਿਵੇਂ ਸ਼ਬਦ ਤੋਂ ਸਪਸ਼ਟ ਹੈ ਵਸਤੂ ਦਾ ਪਤਾ ਲੱਗਦਾ। ਜਿਵੇਂ ਪੱਥਰ ਦੁੱਧ ਗੁੜ ਸ਼ੱਕਰ ਹੈ ਨਾ। ਭਾਵਵਾਚਕ ਨਾਮ ਕੀ ਹੋ ਗਿਆ, ਜਿਸ ਤੋਂ ਜਿਹੜਾ ਹੈ ਆਪਾਂ ਕਹਿ ਸਕਦੇ ਵੀ ਸਿਰਫ ਜਿਹੜਾ ਮਹਿਸੂਸ ਕੀਤਾ ਜਾ ਸਕੇ ਜੀ। ਜਿਵੇਂ ਉਹ ਗੁਲਾਮੀ ਸ਼ਬਦ ਹੈ, ਸਿਹਤ ਹੈ, ਇਹਨਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ। ਗਰੀਬੀ, ਬਿਮਾਰੀ, ਖੁਸ਼ੀ ਨੂੰ ਆਪਾਂ ਦੇਖ ਨਹੀਂ ਸਕਦੇ, ਸਿਰਫ ਮਹਿਸੂਸ ਕਰ ਸਕਦੇ ਹਾਂ। ਸੋ ਮਹਿਸੂਸ ਕਰਨ ਵਾਲਾ ਕੀ ਹੋ ਗਿਆ ਭਾਵਵਾਚਕ ਨਾਮ।
ਪੜਨਾਮ ਜੋ ਸ਼ਬਦ ਨਾਮ ਦੀ ਥਾਂ 'ਤੇ ਵਰਤਿਆ ਜਿਵੇਂ ਜਾਵੇ, ਸੋ ਜਿਵੇਂ ਉਹ, ਉਸਦਾ, ਇਸਦਾ, ਸੋ ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਕਹਿੰਦੇ ਨੇ ਜੀ ਪੜਨਾਮ। ਕਿਸਮਾਂ ਨੇ 6। ਪੁਰਖਵਾਚਕ ਜਿਵੇਂ ਮੈਂ, ਅਸੀਂ, ਤੂੰ, ਤੁਸੀਂ, ਸੋ ਜਿਵੇਂ ਪੁਰਖਵਾਚਕ ਕੀ ਹੋ ਗਿਆ, ਆਪਸ ਦੇ ਵਿੱਚ ਗੱਲ ਕਰਦੇ ਹੋ ਅਸੀਂ ਜਾਂ ਕਿਸੇ ਦੂਜੇ ਪੁਰਖ ਦਾ ਨਾਂ ਲੈਣ ਦੀ ਥਾਂ ਜਿਹੜੇ ਸ਼ਬਦਾਂ ਦੀ ਆਪਾਂ ਵਰਤੋਂ ਕਰਦੇ ਉਹਨੂੰ ਪੁਰਖਵਾਚਕ ਪੜਨਾਮ ਜਿਹੜਾ ਕਿਹਾ ਜਾਂਦਾ ਜੀ। ਜਿਵੇਂ ਮੈਂ ਉੱਥੇ ਗਿਆ, ਅਸੀਂ ਉੱਥੇ ਗਏ, ਤੂੰ ਕਿੱਥੇ ਗਿਆ ਸੀ, ਹੈ ਨਾ। ਔਰ ਇਹਦੇ ਵਿੱਚ ਅੱਗੇ 3 ਕਿਸਮਾਂ ਨੇ ਜੀ। ਉੱਤਮ ਪੁਰਖ, ਪਹਿਲਾ ਪੁਰਖ ਜੋ ਗੱਲ ਕਰ ਰਿਹਾ, ਜਿਵੇਂ ਮੈਂ, ਆਪ, ਸਾਨੂੰ, ਹੈ ਨਾ। ਦੂਜਾ ਪੁਰਖ ਤੂੰ, ਤੈਨੂੰ, ਤੇਰਾ, ਜਿਹਦੇ ਬਾਰੇ ਗੱਲ ਹੋ ਰਹੀ ਹੈ। ਔਰ ਤੀਜਾ ਪੁਰਖ ਕਿਹੜਾ ਹੁੰਦਾ, ਉਹ, ਉਸਦਾ, ਉਹਦਾ, ਜਿਵੇਂ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ। ਨਿਜਵਾਚਕ, ਨਿਜਵਾਚਕ ਕੀ ਹੁੰਦਾ, ਜਿਹੜਾ ਉਹ ਪੜਨਾਮ ਜੋ ਨਾਮ ਦੇ ਨਾਲ ਆ ਕੇ ਉਸੇ ਨਾਮ ਦੀ ਨਿਜਤਾ ਨੂੰ ਪ੍ਰਗਟ ਕਰਦਾ ਹੈ। ਜਿਵੇਂ ਆਪ, ਖੁਦ, ਆਪਣਾ, ਆਪਣੇ ਆਪ। ਜਿਵੇਂ ਮੈਂ ਕਹਿੰਦਾ ਕਿ ਉਹ ਆਪ ਤੁਹਾਡੇ ਨਾਲ ਗੱਲ ਕਰੇਗਾ, ਠੀਕ ਹੈ ਜੀ। ਉਹਨਾਂ ਨੇ ਆਪਸ ਵਿੱਚ ਸਮਝੌਤਾ ਕਰ ਲਿਆ। ਤਾਂ ਇੱਥੇ ਆਪਸ ਸ਼ਬਦ ਕੀ ਆ ਗਿਆ, ਨਿਜਵਾਚਕ। ਨਿਸ਼ਚੈਵਾਚਕ, ਇਹ ਉਹ। ਨਿਸ਼ਚੈਵਾਚਕ ਆਪਾਂ ਕਹਿ ਸਕਦੇ ਹਾਂ ਜਿਹੜੇ ਸ਼ਬਦ ਦੂਰ ਜਾਂ ਨੇੜੇ ਦਿਸਦੀ ਕਿਸੇ ਚੀਜ਼ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਂ ਦੀ ਥਾਂ ਵਰਤੇ ਗਏ ਹੋਣ, ਉਹਨਾਂ ਨੂੰ ਨਿਸ਼ਚੈਵਾਚਕ ਜਿਹੜਾ ਪੜਨਾਮ ਕਹਿ ਦਿੰਦੇ ਹਾਂ। ਜਿਵੇਂ ਇਹ, ਉਹ, ਜਿਵੇਂ ਇਹ ਮੇਰਾ ਸਕੂਲ ਹੈ, ਉਹ ਕੀ ਡਿੱਗਾ ਪਿਆ, ਹੈ ਨਾ। ਅੱਗੇ ਹੈ ਅਨਿਸ਼ਚੈਵਾਚਕ। ਅਨਿਸ਼ਚੈਵਾਚਕ ਕੀ ਹੈ, ਜੋ ਮਤਲਬ ਪ੍ਰੋਪਰ ਗਿਣਤੀ ਨਹੀਂ ਦੱਸਦੇ, ਸਹੀ ਕੋਈ ਨਿਸ਼ਚੇ ਨਹੀਂ ਹੈਗਾ। ਉਹ ਪੜਨਾਮ ਜਿਹੜੇ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸਣ ਪਰ ਸਹੀ ਗਿਣਤੀ ਨਾ ਦੱਸਣ ਜੀ। ਜਿਵੇਂ ਕਈ, ਕਈ ਮੁੰਡੇ ਜਾ ਰਹੇ ਸਨ, ਅਨੇਕਾਂ, ਅਨੇਕਾਂ ਹੀ ਫਲ ਪਏ ਸੀ, ਹੈ ਨਾ। ਕੋਈ ਵਿਰਲਾ ਹੀ ਇਹ ਗੱਲ ਜਾਣਦਾ ਹੈ। ਤਾਂ ਇਹ ਕੀ ਹੋ ਗਿਆ, ਅਨਿਸ਼ਚੈਵਾਚਕ, ਕਨਫਰਮ ਨਹੀਂ ਹੈਗੀ ਚੀਜ਼। ਨਿਸ਼ਚੈਵਾਚਕ ਕਨਫਰਮ ਹੈ ਕਿ ਇਹ ਮੇਰਾ ਹੈ, ਉਹ ਉਸਦਾ ਹੈ, ਜਾਂ ਉਹ ਆ ਰਿਹਾ, ਹੈ ਨਾ। ਸੰਬੰਧਕਵਾਚਕ ਜਿਹੜੇ ਜਿਹੜੇ ਪੜਨਾਮ ਨੇ ਸੰਬੰਧਕ ਦੇ ਵਾਂਗ ਜਿਹੜੇ ਸ਼ਬਦ ਪੜਨਾਮ ਵੀ ਹੋਣ ਔਰ ਯੋਜਕ ਦੇ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰਨ, ਸੋ ਉਸ ਨੂੰ ਜਿਹੜਾ ਸੰਬੰਧਵਾਚਕ ਪੜਨਾਮ ਕਿਹਾ ਜਾਂਦਾ। ਜਿਵੇਂ ਜੋ ਸੋ, ਜੋ ਕਰੇਗਾ ਸੋ ਭਰੇਗਾ। ਜਾਂ ਜਿਹੜੇ ਮਿਹਨਤ ਕਰਦੇ ਹਨ ਉਹ ਸਫਲ ਹੁੰਦੇ ਹਨ, ਜੋ ਆਲਸੀ ਹੁੰਦੇ ਹਨ ਉਹ ਰਹਿ ਜਾਂਦੇ ਹਨ। ਸੋ ਜੋ ਸੋ ਜਿਹੜਾ ਇਹ ਸੰਬੰਧਵਾਚਕ ਨੇ ਜੀ। ਪ੍ਰਸ਼ਨਵਾਚਕ ਨਾਮ ਤੋਂ ਵੀ ਸਪਸ਼ਟ ਹੈ ਕਿ ਜਿਹੜੇ ਪੜਨਾਮ ਵੀ ਹੋਣ ਅਤੇ ਉਹਨਾਂ ਦੇ ਰਾਹੀਂ ਜਿਹੜਾ ਪ੍ਰਸ਼ਨ ਵੀ ਪੁੱਛਿਆ ਜਾਵੇ। ਜਿਵੇਂ ਕੌਣ ਗਾਏਗਾ, ਹੈ ਨਾ, ਕਿਹੜਾ ਇਹ ਕੰਮ ਕਰੇਗਾ, ਕਿਸ ਨੇ ਇਹ ਕੰਮ ਕੀਤਾ ਹੈ, ਇੱਦਾਂ ਦੇ ਜਿਹੜੇ, ਅਤੇ ਕੀ ਅਤੇ ਕੁਝ ਹੋ ਗਿਆ ਜੀ। ਸੋ ਇਹ ਸੀ ਜੀ ਪੜਨਾਮ। ਪੜਨਾਮ ਦੇ ਯਾਦ ਰੱਖਣਾ 6 ਭੇਦ ਹੁੰਦੇ ਨੇ ਜੀ। ਅੱਗੇ ਗੱਲ ਕਰਾਂਗੇ ਵਿਸ਼ੇਸ਼ਣ ਦੀ, ਜੋ ਸ਼ਬਦ ਨਾਮ ਜਾਂ ਪੜਨਾਮ ਦੇ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸਣ। ਜਿਵੇਂ ਇਹ ਕੋਟ ਹੈ ਨਾ, ਤਾਂ ਜਦੋਂ ਆਪਾਂ ਕਹਾਂਗੇ ਇਹ ਕਾਲਾ ਕੋਟ ਹੈ, ਹੁਣ ਕੋਟ ਦੀ ਵਿਸ਼ੇਸ਼ਤਾ ਕੀ ਹੋ ਗਈ, ਕਾਲਾ। ਤਾਂ ਕਾਲਾ ਕੀ ਹੈ, ਉਸ ਨਾਮ ਦੀ ਵਿਸ਼ੇਸ਼ਤਾ। ਅੱਗੇ ਹੈ ਜੀ ਕਿਸਮਾਂ। ਕਿਸਮਾਂ 5 ਨੇ ਜੀ ਵਿਸ਼ੇਸ਼ਣ ਦੀਆਂ। ਗੁਣਵਾਚਕ ਜਿਹੜਾ ਗੁਣ ਜਾਂ ਦੋਸ਼ ਦੱਸੇ, ਜਿਵੇਂ ਉਹ ਨੇਕ ਮੁੰਡਾ ਹੈ, ਚੰਗਾ ਮੁੰਡਾ ਹੈ, ਇਹ ਉੱਚਾ ਪਹਾੜ ਹੈ, ਇਹ ਨੀਵਾਂ ਪਹਾੜ ਹੈ। ਤਾਂ ਉਹ ਗੁਣ ਜਾਂ ਦੋਸ਼ ਜਿਹੜੀ ਚੀਜ਼ ਦੱਸਦੀ ਉਹ ਗੁਣਵਾਚਕ ਹੋ ਗਿਆ ਜੀ। ਸੰਖਿਆਵਾਚਕ ਸੰਖਿਆ ਦੱਸੇ, ਜਿਵੇਂ 500 ਰੁਪਏ, ਮੇਰੇ ਕੋਲ 10 ਰੁਪਏ ਹਨ। ਤਾਂ ਦੁੱਗਣਾ, ਚੌਗਣਾ, ਇਹ ਸਾਰੇ ਸੰਖਿਆ। ਔਰ ਪਰਿਮਾਣਵਾਚਕ ਮਿਣਤੀ, ਤੋਲ ਜਾਂ ਮਾਪ ਦੱਸਣ, ਜਿਵੇਂ ਬਹੁਤਾ, ਥੋੜ੍ਹਾ, ਮੇਰੇ ਕੋਲ ਥੋੜ੍ਹਾ ਦੁੱਧ ਹੈ ਨਾ, 4 ਕਿਲੋ ਹੋ ਗਿਆ, ਗਿੱਠ ਭਰ ਕੱਪੜਾ। ਇਹ ਸਾਰੇ ਕੀ ਨੇ, ਪਰਿਮਾਣਵਾਚਕ, ਜੋ ਮਿਣਤੀ ਜਾਂ ਤੋਲ ਦੇ ਲਈ ਵਰਤੇ ਜਾਂਦੇ ਨੇ ਸ਼ਬਦ। ਅੱਗੇ ਹੈ ਜੀ ਨਿਸ਼ਚੈਵਾਚਕ। ਨਿਸ਼ਚੈਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਨੇ, ਜਿਹੜੇ ਸ਼ਬਦ ਆਪਣੇ ਵਿਸ਼ੇਸ਼ਾਂ ਨੂੰ ਇਸ਼ਾਰੇ ਨਾਲ ਆਮ ਤੋਂ ਖਾਸ ਬਣਾਉਣ, ਉਹਨਾਂ ਨੂੰ ਜਿਹੜਾ ਹੈ ਨਿਸ਼ਚੈਵਾਚਕ ਜਿਹੜਾ ਵਿਸ਼ੇਸ਼ਣ ਕਿਹਾ ਜਾਂਦਾ। ਜਿਵੇਂ ਇਹ ਮੇਰਾ ਕਮਰਾ ਹੈ, ਉਹ ਲੜਕਾ ਹੁਸ਼ਿਆਰ ਹੈ। ਨੈਕਸਟ ਹੈ ਪੜਨਾਮੀ ਵਿਸ਼ੇਸ਼ਣ। ਪੜਨਾਮੀ ਵਿਸ਼ੇਸ਼ਣ ਕਿਹੜੇ ਹੁੰਦੇ ਨੇ, ਉਹ ਸ਼ਬਦ ਜੋ ਪੜਨਾਮ ਹੁੰਦੇ ਹੋਏ ਕਿਸੇ ਨਾਮ ਸ਼ਬਦ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਦਾ ਹੋਵੇ, ਉਸ ਨੂੰ ਜਿਹੜਾ ਹੈ ਪੜਨਾਮੀ ਵਿਸ਼ੇਸ਼ਣ ਕਿਹਾ ਜਾਂਦਾ। ਜਿਵੇਂ ਕਿਹੜਾ ਲੜਕਾ ਗੈਰ ਹਾਜ਼ਰ ਹੈ, ਤਾਂ ਕਿਹੜਾ ਕੀ ਹੋ ਗਿਆ, ਪੜਨਾਮੀ ਵਿਸ਼ੇਸ਼ਣ। ਕਿੰਨੀ ਮਠਿਆਈ ਚਾਹੀਦੀ ਹੈ, ਕਿੰਨੀ ਸ਼ਬਦ ਕੀ ਹੋ ਗਿਆ, ਪੜਨਾਮੀ ਵਿਸ਼ੇਸ਼ਣ ਹੋ ਗਿਆ ਜੀ। ਅੱਗੇ ਗੱਲ ਕਰਾਂਗੇ ਜੀ ਕਿਰਿਆ। ਜਿਸ ਸ਼ਬਦ ਤੋਂ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਜਿਹੜਾ ਪ੍ਰਗਟ ਹੋਵੇ ਉਸ ਨੂੰ ਕਿਰਿਆ ਕਿਹਾ ਜਾਂਦਾ। 4 ਪ੍ਰਕਾਰ ਦੀ ਇਹਦੀ ਵੰਡ ਕੀਤੀ ਗਈ ਹੈ ਜੀ। ਅੱਗੇ ਪਹਿਲੀ ਪ੍ਰਕਾਰ ਦੀ ਵੰਡ ਹੈ ਜੀ ਅਕਰਮਕ ਕਿਰਿਆ। ਜਿਵੇਂ ਬਾਲ ਹੱਸਦਾ, ਜਿਸ ਦੇ ਵਿੱਚ ਕਰਮ ਨਾ ਹੋਵੇ, ਅਕਰਮਕ। ਪਿਤਾ ਜੀ ਪੜ੍ਹਦੇ ਹਨ, ਹੈ ਨਾ, ਤਾਂ ਇਹ ਕੀ ਹੋ ਗਿਆ, ਅਕਰਮਕ, ਜਿਸ ਦੇ ਵਿੱਚ ਕਰਮ ਨਹੀਂ ਹੈ। ਅੱਗੇ ਹੈ ਸਕਰਮਕ, ਜਿਸ ਦੇ ਵਿੱਚ ਕਰਮ ਹੋਵੇ ਜੀ। ਜਿਵੇਂ ਬੱਚਾ ਤਮਾਸ਼ਾ ਦੇਖਦਾ ਹੈ, ਕੀ ਦੇਖਦਾ ਹੈ, ਤਮਾਸ਼ਾ, ਠੀਕ ਹੈ ਜੀ। ਪਿਤਾ ਜੀ ਅਖਬਾਰ ਪੜ੍ਹਦੇ ਹਨ, ਤਾਂ ਅਖਬਾਰ ਕੀ ਹੋ ਗਿਆ, ਸਕਰਮਕ ਕਿਰਿਆ ਵਾਲਾ ਇਹ ਸ਼ਬਦ ਜਿਹੜਾ ਹੋ ਗਿਆ
ਅਰਥਾਤ ਜਿਹੜਾ ਵਾਕ ਦੇ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ ਉਸ ਨੂੰ ਜਿਹੜਾ ਹੈ ਸਕਰਮਕ ਕਿਰਿਆ ਕਿਹਾ ਜਾਂਦਾ ਹੈ। ਅੱਗੇ ਹੈ ਜੀ ਦੂਜੀ ਪ੍ਰਕਾਰ ਦੀ ਵੰਡ ਹੈ ਜੀ ਸਧਾਰਨ ਕਿਰਿਆ। ਜਦੋਂ ਕਿਰਿਆ ਕਰਨ ਵਾਲਾ ਕਰਤਾ ਜਿਹੜਾ ਆਪ ਹੋਵੇ, ਜਿਵੇਂ ਉਹ ਕਿਤਾਬ ਪੜ੍ਹਦਾ ਤਾਂ ਉਹ ਕੀ ਹੈ, ਆਪ ਹੋ ਗਿਆ ਹੈ ਨਾ, ਕਰਤਾ ਆਪ ਕਰਨ ਵਾਲਾ ਹੋ ਗਿਆ, ਆਪ ਹੀ ਜਿਹੜਾ ਕਿਤਾਬ ਪੜ੍ਹ ਰਿਹਾ। ਪ੍ਰੇਰਨਾਰਥਕ ਕਿਰਿਆ ਕਿਹੜੀ ਹੋ ਗਈ, ਜਦੋਂ ਕਰਤਾ ਕਿਰਿਆ ਕਿਸੇ ਹੋਰ ਤੋਂ ਜਿਹੜਾ ਕਿਰਿਆ ਕਰਵਾਏ, ਜਿਵੇਂ ਸੁਰਿੰਦਰ ਦੇ ਪਤੀ ਉਸ ਤੋਂ ਹਰ ਰੋਜ਼ ਰਿਆਜ਼ ਕਰਵਾਉਂਦੇ ਹਨ। ਸੋ ਸੁਰਿੰਦਰ ਤੋਂ ਕਰਵਾ ਰਹੇ ਨੇ ਉਸਦੇ ਪਤੀ ਰਿਆਜ਼, ਤਾਂ ਇਸ ਦੇ ਵਿੱਚ ਕੀ ਹੋ ਗਈ ਪ੍ਰੇਰਨਾਰਥਕ ਕਿਰਿਆ ਜੀ। ਅੱਗੇ ਦੂਰੀ ਪ੍ਰੇਰਨਾਰਥਕ, ਜਦੋਂ ਤੀਜੇ ਤੋਂ ਕੰਮ ਕਰਵਾਇਆ ਜਾਵੇ, ਜਦੋਂ ਕਰਤਾ ਕਿਸੇ ਦੂਜੇ ਵਿਅਕਤੀ ਨੂੰ ਪ੍ਰੇਰਨਾ ਦੇ ਕੇ ਉਹ ਕਿਰਿਆ ਕਿਸੇ ਤੀਜੇ ਵਿਅਕਤੀ ਤੋਂ ਕਰਵਾਉਣ ਲਈ ਕਹਿੰਦਾ ਹੈ, ਜਿਵੇਂ ਪਿਤਾ ਜੀ ਮੇਰੀ ਨਵੀਂ ਵਰਦੀ ਦਰਜੀ ਤੋਂ ਸਵਾ ਦਿਓ। ਸੋ ਇੱਥੇ ਜਿਹੜੀ ਕਿਰਿਆ ਦਰਜੀ ਤੋਂ ਕਰਵਾਉਣ ਲਈ ਕਿਹਾ ਜਾ ਰਹੀ ਹੈ ਬੱਚੇ ਵੱਲੋਂ ਪਿਤਾ ਨੂੰ, ਸੋ ਤੀਜੇ ਬੰਦੇ ਨੂੰ, ਬੱਚਾ ਕਹਿ ਰਿਹਾ ਪਿਤਾ ਨੂੰ ਕਹਿ ਰਿਹਾ ਔਰ ਕੰਮ ਕਰਨ ਵਾਲਾ ਦਰਜੀ ਹੈ। ਸੋ ਤੀਜੀ ਦੂਰੀ ਪ੍ਰੇਰਨਾਰਥਕ ਕਿਰਿਆ ਜਿਹੜਾ ਇਸ ਨੂੰ ਕਿਹਾ ਜਾਂਦਾ। ਤੀਜੀ ਪ੍ਰਕਾਰ ਦੀ ਵੰਡ ਹੈ ਜੀ ਇਕਹਿਰੀ ਕਿਰਿਆ, ਜਿਸ ਵਿੱਚ ਕਿਰਿਆ ਇੱਕ ਹੀ ਸ਼ਬਦ ਦੀ ਹੋਵੇ, ਜਿਵੇਂ ਤੂੰ ਕਿਤਾਬ ਪੜ੍ਹ, ਬਲਜੀਤ ਸੇਬ ਖਾ। ਸੋ ਇਸ ਦੇ ਵਿੱਚ ਪੜ੍ਹ ਤੇ ਖਾ ਕੀ ਹੈ, ਇੱਕ ਸ਼ਬਦ ਦੀ ਕਿਰਿਆ। ਅੱਗੇ ਜੀ ਸੰਯੁਕਤ ਕਿਰਿਆ, ਜਦੋਂ ਕਿਸੇ ਕਿਰਿਆ ਦਾ ਰੂਪ ਇੱਕ ਤੋਂ ਵਧੇਰੇ ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਬਣੇ, ਜਿਵੇਂ ਮੈਂ ਹਰ ਰੋਜ਼ ਖੇਡਿਆ ਕਰਾਂਗਾ। ਸੋ ਖੇਡਿਆ ਕਰਾਂਗਾ ਕਿਰਿਆ ਆ ਗਈ ਜੀ। ਅੰਦਰ ਆਉਣ ਤੋਂ ਪਹਿਲਾਂ ਘੰਟੀ ਵਜਾਇਆ ਕਰ। ਸੋ ਘੰਟੀ ਵਜਾਇਆ ਕਰ ਇਹ ਕੀ ਹੋ ਗਿਆ, ਸੰਯੋਗ ਤੋਂ, ਕਿਰਿਆ ਸ਼ਬਦਾਂ ਦੇ ਸੰਯੋਗ ਤੋਂ ਜਿਹੜੀ ਇਹ ਬਣੀ ਹੈ ਜੀ। ਨੈਕਸਟ ਹੈ ਜੀ ਚੌਥੀ ਪ੍ਰਕਾਰ ਦੀ ਵੰਡ ਮੂਲ ਕਿਰਿਆ ਅਤੇ ਸਹਾਇਕ ਕਿਰਿਆ। ਇਹਦੇ ਵਿੱਚ ਕੀ ਹੈ, ਜਿਵੇਂ ਮਾਤਾ ਜੀ ਮੰਜੇ ਉੱਤੇ ਬੈਠੇ ਹਨ, ਉਹ ਪੜ੍ਹਿਆ ਸੀ। ਸੋ ਇਹਦੇ ਵਿੱਚ ਬੈਠੇ ਕੀ ਹੈ ਮੂਲ ਕਿਰਿਆ, ਪੜ੍ਹਿਆ ਮੂਲ ਕਿਰਿਆ, ਹਨ ਤੇ ਸੀ ਕੀ ਇਹਦੇ ਵਿੱਚ ਸਹਾਇਕ ਕਿਰਿਆ। ਅੱਗੇ ਕੀ ਹੈ ਜੀ ਵਾਚ ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿ ਵਾਕ ਵਿੱਚ ਕੌਣ ਪ੍ਰਧਾਨ ਹੈ, ਕਰਤਾ, ਕਰਮ ਜਾਂ ਭਾਵ। ਸੋ ਉਸ ਨੂੰ ਜਿਹੜਾ ਹੈ ਵਾਚ ਕਹਿੰਦੇ ਨੇ ਜੀ। ਔਰ ਤਿੰਨ ਪ੍ਰਕਾਰ ਦਾ ਹੁੰਦਾ ਜੀ ਵਾਚ, ਕਰਤਰੀ ਵਾਚ, ਜਿਸ ਦੇ ਵਿੱਚ ਕਰਤਾ ਕਰਨ ਵਾਲਾ ਹੋਵੇ, ਲੜਕਾ ਸਵਾਲ ਕੱਢੇਗਾ ਜਿਵੇਂ, ਔਰ ਮਾਤਾ ਜੀ ਨੇ ਰੋਟੀ ਪਕਾਈ। ਸੋ ਇਸ ਦੇ ਵਿੱਚ ਮਾਤਾ ਤੇ ਲੜਕਾ ਕੀ ਨੇ, ਕਰਤਰੀ ਵਾਚ ਜਿਹੜਾ ਇਹ ਵਾਕ ਬਣ ਗਿਆ ਜੀ। ਕਰਮਣੀ ਵਾਚ, ਜਿਸ ਦੇ ਵਿੱਚ ਜਿਹੜਾ ਕਰਮ ਪ੍ਰਧਾਨ ਹੋਵੇ, ਜਿਵੇਂ ਦੁੱਧ ਡੁੱਲ ਗਿਆ, ਰੋਟੀ ਪੱਕ ਗਈ। ਸੋ ਇਹਦੇ ਵਿੱਚ ਕੀ ਹੈ, ਦੁੱਧ ਰੋਟੀ ਕੀ ਨੇ, ਕਰਮ ਨੇ ਜੀ, ਔਰ ਕਰਮ ਪ੍ਰਧਾਨ ਹੈ, ਇਸ ਨੂੰ ਕਰਮਣੀ ਵਾਚ। ਔਰ ਭਾਵਾਚ, ਖਾਲੀ ਹੱਥ ਲੜਿਆ ਨਹੀਂ ਜਾਂਦਾ, ਭੁੱਖੇ ਢਿੱਡ ਹੱਸਿਆ ਨਹੀਂ ਜਾਂਦਾ। ਸੋ ਇਹਨਾਂ ਵਾਕਾਂ ਦੇ ਵਿੱਚ ਕੀ ਹੈ, ਜਿਹੜਾ ਕਰਤਾ ਤੇ ਕਰਮ ਦੋਵੇਂ ਨੇ, ਕੇਵਲ ਭਾਵ ਅਨੁਸਾਰ ਜਿਹੜੀ ਕਿਰਿਆ ਉਹ ਪ੍ਰਧਾਨ ਹੈ ਜੀ। ਇਸ ਕਰਕੇ ਇਸ ਨੂੰ ਜਿਹੜਾ ਭਾਵਾਚ ਜਿਹੜਾ ਹੈ ਕਹਿੰਦੇ ਹਨ। ਨੈਕਸਟ ਹੈ ਜੀ ਕਿਰਿਆ ਵਿਸ਼ੇਸ਼ਣ, ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ, ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਜਿਹੜਾ ਪ੍ਰਗਟ ਕਰੇ। ਸੋ ਵਿਸ਼ੇਸ਼ਣ ਕੀ ਹੈ, ਨਾਮ ਤੇ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ, ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ। ਜਿਵੇਂ ਘੋੜਾ ਦੌੜਦਾ ਹੈ, ਘੋੜਾ ਤੇਜ਼ ਦੌੜਦਾ ਹੈ, ਤੇਜ਼ ਕੀ ਹੈ ਉਹਦੀ ਵਿਸ਼ੇਸ਼ਤਾ ਹੋ। ਕਿਰਿਆ ਦੀਆਂ ਕਿਰਿਆ ਵਿਸ਼ੇਸ਼ਣ ਦੀਆਂ ਜੇਕਰ ਪੁੱਛੀਆਂ ਜਾਣ ਕਿਸਮਾਂ ਤਾਂ 8 ਕਿਸਮਾਂ ਨੇ ਜੀ। ਕਾਲਵਾਚਕ ਜੋ ਸਮਾਂ ਦੱਸੇ ਜੀ, ਕਾਲ ਸਮਾਂ, ਜਿਵੇਂ ਅੱਜ, ਕੱਲ੍ਹ, ਕਦੋਂ ਹੋਈ ਕਿਰਿਆ। ਸਥਾਨਵਾਚਕ ਸਥਾਨ ਬਾਰੇ ਦੱਸੇ, ਇੱਥੇ, ਉੱਥੇ, ਦੂਰ, ਨੇੜੇ, ਖੱਬੇ, ਸੱਜੇ। ਪ੍ਰਕਾਰਵਾਚਕ ਮਤਲਬ, ਪ੍ਰਕਾਰ ਤੋਂ ਮਤਲਬ ਹੈ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਦੇ ਢੰਗ, ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ, ਉਸ ਨੂੰ ਪ੍ਰਕਾਰ ਜਾਂ ਵਿਧੀਵਾਚਕ ਕਿਰਿਆ ਜਿਹੜਾ ਕਿਹਾ ਜਾਂਦਾ। ਜਿਵੇਂ ਇਸ ਤਰ੍ਹਾਂ, ਜਿਸ ਤਰ੍ਹਾਂ, ਉਸੇ ਤਰ੍ਹਾਂ, ਇਉਂ, ਜਿਉਂ, ਇਕਰ, ਕਿੱਕਰ, ਜਿਕਰ, ਹੌਲੀ, ਛੇਤੀ, ਸਹਿਜੇ, ਰੁਕ ਰੁਕ ਕੇ, ਹੈ ਨਾ, ਕਿਸ ਤਰ੍ਹਾਂ ਜਿਹੜੀ ਕਿਰਿਆ ਉਹ ਹੋ ਰਹੀ ਹੈ। ਜਿਵੇਂ ਉਹ ਬਹੁਤ ਹੌਲੀ ਹੌਲੀ ਤੁਰ ਰਿਹਾ ਹੈ ਨਾ, ਇਹਦੇ 'ਚ ਹੌਲੀ ਹੌਲੀ ਹੋ ਗਿਆ। ਅੱਗੇ ਜੀ ਕਾਰਨਵਾਚਕ, ਕਾਰਨਵਾਚਕ ਕੀ ਹੁੰਦਾ, ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਪਤਾ ਲੱਗੇ। ਜਿਵੇਂ ਕਿਉਂ, ਕਿਉਂਕਿ, ਕਿਸ ਲਈ, ਕਿਸ ਕਰਕੇ। ਠੀਕ ਹੈ ਜੀ, ਇੱਦਾਂ ਦੇ ਸ਼ਬਦ ਜਿਹੜੇ ਆ ਗਏ। ਜਿਵੇਂ ਉਹ ਬਿਮਾਰ ਸੀ ਇਸ ਲਈ ਅੱਜ ਸਕੂਲ ਨਹੀਂ ਆਇਆ। ਸੋ ਇੱਥੋਂ ਕੀ ਪਤਾ ਲੱਗਦਾ, ਕਾਰਨ ਜਿਹੜਾ ਹੈ ਪਤਾ ਲੱਗਦਾ ਜੀ। ਅੱਗੇ ਪਰਿਮਾਣਵਾਚਕ, ਪਰਿਮਾਣਵਾਚਕ ਕਹਿੰਦੇ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਹਨੂੰ ਪਰਿਮਾਣਵਾਚਕ ਜਿਹੜਾ ਹੈ ਕਿਹਾ ਜਾਂਦਾ। ਜਿਵੇਂ ਉਹ ਘੱਟ ਬੋਲਦਾ ਹੈ, ਉਹ ਘੱਟ ਤੋਲਦਾ ਹੈ, ਘੱਟ ਵੱਧ, ਕੁਝ, ਥੋੜ੍ਹਾ, ਇੰਨਾ, ਕਿੰਨਾ। ਸੰਖਿਆਵਾਚਕ, ਜਿਸ ਤੋਂ ਸੰਖਿਆ ਪਤਾ ਚੱਲੇ, ਸ਼ਬਦਾਂ ਤੋਂ ਹੀ ਕਈ ਵਾਰੀ ਸਪਸ਼ਟ ਹੋ ਜਾਂਦਾ। ਜਿਹੜੇ ਸ਼ਬਦ ਤੋਂ ਕਿਰਿਆ ਦੀ ਵਾਰੀ ਜਾਂ ਦੁਹਰਾ ਦਾ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਜਿਹੜਾ ਹੈ ਕਿਹਾ ਜਾਂਦਾ ਹੈ। ਇੱਕ ਵਾਰ, ਕਈ ਵਾਰ, ਦੁਬਾਰਾ, ਹੈ ਨਾ ਜੀ। ਅੱਗੇ ਹੈ ਜੀ ਨਿਸ਼ਚੇਵਾਚਕ, ਨਿਸ਼ਚੇਵਾਚਕ ਕੀ ਹੁੰਦਾ, ਜਾਂ ਨਿਰਣੇਵਾਚਕ ਜਿਹੜਾ ਹੈ।
ਸੌਰੀ ਨਿਸ਼ਚੈਵਾਚਕ ਜਿਸ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ ਉਸ ਨੂੰ ਨਿਸ਼ਚੈਵਾਚਕ ਕਿਰਿਆ ਕਿਹਾ ਜਾਂਦਾ ਹੈ। ਜਿਵੇਂ ਜ਼ਰੂਰ, ਵੀ, ਹੀ, ਬੇਸ਼ੱਕ, ਬਿਲਕੁਲ, ਠੀਕ, ਹਾਂ, ਉਹ ਅੱਜ ਜ਼ਰੂਰ ਆਵੇਗਾ, ਹੈ ਨਾ। ਤੁਸੀਂ ਬਿਲਕੁਲ ਠੀਕ ਗੱਲ ਕਹੀ, ਇਹਦੇ ਵਿੱਚ ਬਿਲਕੁਲ ਅੱਜ ਕੀ ਹੈ, ਨਿਸ਼ਚੈਵਾਚਕ। ਅੱਗੇ ਜੀ ਨਿਰਣਾਵਾਚਕ ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਣੇ ਦੇ ਰੂਪ ਦੇ ਵਿੱਚ ਸੂਚਨਾ ਮਿਲੇ ਜੀ। ਹਾਂ, ਨਾ, ਜਿਵੇਂ ਹਾਂ ਜੀ ਮੈਂ ਇਸ ਵਾਰ ਮਿਹਨਤ ਕਰਾਂਗਾ, ਤੁਹਾਨੂੰ ਪਾਸ ਹੋ ਕੇ ਦਿਖਾਵਾਂਗਾ, ਹੈ ਨਾ। ਇਸ ਤਰ੍ਹਾਂ ਦੇ ਜਿਹੜੇ ਸ਼ਬਦਾਂ ਦੇ ਵਿੱਚ। ਅੱਗੇ ਗੱਲ ਕਰਾਂਗੇ ਜੀ ਸੰਬੰਧਕ ਦੀ। ਸੋ ਉਹ ਵਾਕ ਕਿਸੇ ਵਾਕ ਵਿੱਚ ਉਹ ਸ਼ਬਦ ਜੋ ਨਾਮ ਜਾਂ ਪਿੱਛੇ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਦੱਸੇ, ਜਾਂ ਜਿਹੜਾ ਸ਼ਬਦ ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜੇ, ਜਿਵੇਂ ਦਾ, ਦੇ, ਦੀਆਂ, ਵਿੱਚ, ਨਾਲ, ਤੋਂ, ਕੋਲ, ਰਾਹੀਂ। ਇਹ ਕੀ ਨੇ, ਸਾਰੇ ਸੰਬੰਧਕ ਨੇ ਜੀ। ਅੱਗੇ ਬਣਤਰ ਪੱਖੋਂ ਜਿਹੜੀ ਹੈ 3 ਹਿੱਸਿਆਂ ਦੇ ਵਿੱਚ ਵੰਡ ਕੀਤੀ ਗਈ ਹੈ ਜੀ। ਮੂਲ ਸੰਬੰਧਕ ਉਹ ਸੰਬੰਧਕ ਜਿਹੜੇ ਇੱਕ ਸ਼ਬਦਕ ਰੂਪ ਵਜੋਂ ਸੁਤੰਤਰ ਤੌਰ 'ਤੇ ਵਿਚਰ ਸਕਦੇ ਹੋਣ, ਜਿਵੇਂ ਨੇ, ਨੂੰ, ਤੋਂ, ਵਿੱਚ, ਅੰਦਰ, ਹੇਠਾਂ, ਉੱਪਰ, ਹੇਠਾਂ, ਕੋਲ, ਦੇ, ਜਿਹੜਾ ਹੈ ਰਾਹੀਂ, ਦੁਆਰਾ, ਲਈ ਆਦਿ ਜਿਹੜੇ ਨੇ। ਜਿਵੇਂ ਪਿਤਾ ਨੇ ਪੁੱਤਰ ਨੂੰ ਕਿਹਾ, ਸੋ ਇਹਦੇ ਵਿੱਚ ਕੀ ਹੈ, ਨੇ ਇਕੱਲਾ ਹੀ ਹੈ ਜੀ। ਕਈ ਵਾਰੀ ਨਾ ਸੌਰੀ ਇੱਥੇ ਜਿਹੜਾ ਦੱਸਣਾ ਚਾਹੁੰਦੇ ਹਾਂ ਕਿ ਅੱਗੇ ਪਿੱਛੇ ਹੋ ਜਾਣ ਨਾ ਸੰਬੰਧਕ ਦਾ ਅਰਥ ਵੀ ਬਦਲ ਜਾਂਦੇ ਨੇ। ਜਿਵੇਂ ਪਿਤਾ ਨੇ ਪੁੱਤਰ ਨੂੰ ਕਿਹਾ, ਇਹਦਾ ਮਤਲਬ ਪਿਤਾ ਕਹਿ ਰਿਹਾ ਪੁੱਤਰ ਨੂੰ। ਦੂਸਰਾ ਪਿਤਾ ਨੂੰ ਪੁੱਤਰ ਨੇ ਕਿਹਾ, ਇਹਦਾ ਮਤਲਬ ਪੁੱਤਰ ਜਿਹੜਾ ਪਿਤਾ ਨੂੰ ਕਹਿ ਰਿਹਾ। ਸੋ ਨੇ, ਨੂੰ ਜਿਹੜੇ ਇਕੱਲੇ ਆ ਰਹੇ ਨੇ, ਇਹ ਕਿਹੜੇ ਹੋ ਗਏ, ਮੂਲ ਸੰਬੰਧਕ। ਅੱਗੇ ਹੈ ਜੀ ਸੰਬੰਧ ਸੂਚਕ ਪਿਛੇਤਰ ਸੰਧੀ ਸੰਬੰਧਕ ਜੀ। ਵਾਕ ਵਿੱਚ ਕਈ ਸ਼ਬਦਾਂ ਦੇ ਪਿਛੇਤਰ ਸੰਬੰਧਕ ਦਾ ਕੰਮ ਕਰਦੇ ਨੇ। ਜਿਵੇਂ ਸਕੂਲੋਂ ਮਤਲਬ ਸਕੂਲ ਤੋਂ, ਜਿਹੜੇ ਪਿਛੇਤਰ ਨੇ ਉਹ ਸੰਬੰਧਕ ਦਾ ਕੰਮ ਕਰ ਰਹੇ ਜੀ। ਘਰੋਂ, ਘਰ ਤੋਂ। ਅੱਗੇ ਸੰਯੁਕਤ ਕਿਹੜੇ ਨੇ ਜੀ, ਦੋ ਜਾਂ ਦੋ ਤੋਂ ਵੱਧ ਸੰਬੰਧਕ ਸ਼ਬਦ ਸੁਤੰਤਰ ਰੂਪ ਵਿਚਰਦੇ ਵਾਕ ਦਾ ਅਰਥ ਪ੍ਰਗਟ ਕਰਦੇ ਨੇ ਜੀ। ਦੋ ਤੋਂ ਵੱਧ ਜਿਹੜੇ ਨੇ ਸੰਬੰਧਕ, ਦੋ ਜਾਂ ਦੋ ਤੋਂ ਵੱਧ ਹੁੰਦੇ ਨੇ। ਜਿਵੇਂ ਕਮਰੇ ਦੇ ਵਿੱਚ ਆ ਗਿਆ, ਰਾਮ ਦੇ ਕੋਲ ਕਿਤਾਬ ਹੈ। ਸੋ ਦੇ ਵਿੱਚ, ਦੇ ਕੋਲ, ਦੋ ਦੋ ਸੰਬੰਧਕ ਜਿਹੜੇ ਨੇ ਵਾਕ ਨੂੰ ਸੰਪੂਰਨ ਕਰ ਰਹੇ ਨੇ ਜੀ। ਰੂਪ ਦੇ ਆਧਾਰ 'ਤੇ ਅੱਗੇ ਜਿਹੜੀ ਵੰਡ ਕੀਤੀ ਗਈ ਜੀ ਉਹ ਹੈ ਜੀ ਵਿਕਾਰੀ ਅਤੇ ਅਵਿਕਾਰੀ ਜੀ। ਵਿਕਾਰੀ ਕਿਹੜੇ, ਰੂਪ ਵਿੱਚ ਕੋਈ ਨਾ ਕੋਈ ਜਿਨ੍ਹਾਂ ਦੇ ਪਰਿਵਰਤਨ ਜਿਹੜਾ ਹੋ ਜਾਂਦਾ ਹੈ। ਜਿਵੇਂ ਦਾ ਸ਼ਬਦ ਆ ਗਿਆ ਨਾ, ਕੋਲ, ਨਾਲ, ਵਿੱਚ, ਨੇੜੇ, ਪਾਸ, ਦਾ ਸੰਬੰਧਕ ਰੂਪ ਜਿਹੜਾ ਪਰਿਵਰਤਨ ਹੁੰਦਾ ਰਹਿੰਦਾ। ਜਿਵੇਂ ਉਸ ਦਾ, ਇਸ ਦਾ, ਉਸ ਦੀਆਂ। ਅਵਿਕਾਰੀ ਜਿਹੜੇ ਰੂਪ ਨਹੀਂ ਬਦਲਦੇ, ਜਿਵੇਂ ਨੇ, ਤੂੰ, ਤੋਂ, ਰਾਹੀਂ, ਲਈ, ਵਾਸਤੇ। ਸੋ ਇਹਨਾਂ ਦਾ ਜਿਹੜਾ ਰੂਪ ਹੈ ਨਹੀਂ ਬਦਲਦਾ। ਕਈ ਵਾਰੀ ਕੁਐਸਚਨ ਇਹ ਵੀ ਆ ਜਾਂਦਾ ਕਿ ਵਿਕਾਰੀ ਸ਼ਬਦ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਰੂਪ ਬਦਲ ਜਾਂਦਾ, ਅਵਿਕਾਰੀ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਰੂਪ ਨਹੀਂ ਬਦਲਦਾ। ਉਸੇ ਤਰ੍ਹਾਂ ਸੰਬੰਧਕ ਵੀ ਨੇ ਜੀ ਜਿਹੜੇ ਰੂਪ ਬਦਲ ਦਿੰਦੇ ਨੇ, ਉਹ ਵਿਕਾਰੀ ਸੰਬੰਧਕ, ਔਰ ਜਿਹਨਾਂ ਦਾ ਰੂਪ ਨਹੀਂ ਬਦਲਦਾ ਉਹ ਅਵਿਕਾਰੀ ਸੰਬੰਧਕ। ਅੱਗੇ ਹੈ ਜੀ ਸੰਬੰਧੀ ਅਤੇ ਸੰਬੰਧਮਾਨ। ਸੋ ਇਹ ਕੀ ਹੁੰਦਾ ਹੈ ਜੀ, ਸੰਬੰਧੀ ਅਤੇ ਸੰਬੰਧਮਾਨ। ਸੰਬੰਧਕ ਜਾਂ ਸੰਬੰਧਕ ਸੂਚਕ ਦੇ ਪਹਿਲੇ ਲੱਗਣ ਵਾਲੇ ਸ਼ਬਦ ਨਾਮ ਜਾਂ ਪੜਨਾਮ ਨੂੰ ਸੰਬੰਧੀ ਅਤੇ ਪਿੱਛੇ ਲੱਗਣ ਵਾਲੇ ਸ਼ਬਦ ਨੂੰ ਸੰਬੰਧਮਾਨ ਕਿਹਾ ਜਾਂਦਾ। ਕੁਐਸਚਨ ਆ ਜੇ ਸੰਬੰਧਮਾਨ ਕਿਹੜਾ ਜੀ ਇਹਦੇ ਵਿੱਚੋਂ, ਇਹ ਸੁਰਜੀਤ ਦੀ ਕਿਤਾਬ ਹੈ। ਤਾਂ ਜਿਹੜਾ ਸੰਬੰਧਕ ਤੋਂ ਪਹਿਲਾਂ ਨਾਮ ਜਾਂ ਪੜਨਾਮ ਆਇਆ ਉਹ ਹੈ ਸੰਬੰਧੀ, ਜਿਹੜਾ ਬਾਅਦ ਦੇ ਵਿੱਚ ਆਇਆ ਨਾਮ ਜਾਂ ਪੜਨਾਮ ਉਹ ਹੈ ਸੰਬੰਧਮਾਨ। ਸੋ ਸੰਬੰਧਕ ਦੀ ਹੈ ਜੀ, ਦੀ ਤੋਂ ਪਹਿਲਾਂ ਜਿਹੜਾ ਆ ਗਿਆ ਉਹ ਸੰਬੰਧੀ ਹੈ, ਨਾਮ ਜਾਂ ਪੜਨਾਮ ਬਾਅਦ ਦੇ ਵਿੱਚ ਜਿਹੜਾ ਆਇਆ ਉਹ ਕੀ ਹੈ, ਸੰਬੰਧਮਾਨ। ਅੱਗੇ ਇੱਕ ਪ੍ਰਕਾਰ ਦੀ ਹੋਰ ਵੰਡ ਕੀਤੀ ਹੈ ਜੀ ਸੰਬੰਧਕਾਂ ਦੀ ਕਿਸਮਾਂ ਦੀ। 3 ਕਿਸਮਾਂ ਇਸ ਦੇ ਵਿੱਚ ਨੇ ਜੀ। ਪੂਰਨ ਸੰਬੰਧਕ ਉਹ ਸ਼ਬਦ ਜੋ ਵਾਕ ਵਿੱਚ ਇਕੱਲਿਆਂ ਹੀ ਜਿਹੜਾ ਹੈ ਹੋਰਨਾਂ ਸ਼ਬਦਾਂ ਨਾਲ ਸੰਬੰਧ ਦੱਸਣ ਜੀ। ਜਿਵੇਂ ਨਾ, ਨੂੰ, ਦਾ, ਦੇ, ਦੀਆਂ, ਵਿੱਚ, ਤੋਂ ਤੱਕ। ਸੋ ਹੋਰ ਕਿਸੇ ਸ਼ਬਦ ਦੀ ਲੋੜ ਨਹੀਂ ਪੈਂਦੀ, ਇਕੱਲੇ ਹੀ ਸੰਬੰਧ ਦੱਸਦੇ ਨੇ ਜੀ। ਗੁਰਚਰਨ ਨੇ ਭਾਸ਼ਣ ਦਿੱਤਾ, ਇਸ ਦੇ ਵਿੱਚ ਨੇ ਆ ਗਿਆ ਜੀ। ਗਰੀਬਾਂ ਦੀ ਸਹਾਇਤਾ ਕਰੋ, ਇਸ ਦੇ ਵਿੱਚ ਦੀ ਜਿਹੜਾ ਸ਼ਬਦ ਆ ਗਿਆ ਕੀ ਹੈ, ਸੰਬੰਧਕ, ਇਕੱਲਾ ਹੀ ਸੰਬੰਧ ਦੱਸ ਰਿਹਾ। ਅਪੂਰਨ ਜਿਹੜੇ ਦੂਜੇ ਦੀ ਸਹਾਇਤਾ ਲੈਂਦੇ ਨੇ, ਜਿਸ ਨੂੰ ਵਾਕ ਦੇ ਭਾਵ ਪ੍ਰਗਟਣ ਲਈ ਹੋਰ ਸੰਬੰਧਨਾਂ ਦੀ ਲੋੜ ਪਵੇ। ਜਿਵੇਂ ਉੱਤੇ, ਵਿਚਕਾਰ, ਬਾਹਰ, ਨਾਲੋਂ, ਕੋਲ, ਦੂਰ, ਪਰੇ, ਸਾਹਮਣੇ, ਵਿਰੁੱਧ। ਜਿਵੇਂ ਸਾਡਾ ਘਰ ਉਸ ਸਕੂਲ ਦੇ ਕੋਲ ਹੈ। ਪੁਲਿਸ ਦੇ ਸਾਹਮਣੇ ਚੋਰ ਡਰ ਗਿਆ। ਸੋ ਜਿਹੜਾ ਇਕੱਲਾ ਲਿਖਾਂਗੇ ਪੁਲਿਸ ਦੇ ਨਾਲ ਜਿਹੜਾ ਦੇ ਲੈ ਕੇ ਸਾਹਮਣੇ ਸ਼ਬਦ ਆਇਆ ਜੀ, ਇਹ ਸੰਯੁਕਤ ਕਹਿ ਸਕਦੇ ਹਾਂ, ਜਿਹਨੂੰ ਅਪੂਰਕ ਸੰਬੰਧਕ ਕਹਿ ਸਕਦੇ ਹਾਂ ਜੀ। ਔਰ ਕੋਲ ਸ਼ਬਦ ਆ ਗਿਆ ਦੇ ਨਾਲ ਲੱਗ ਕੇ ਜਿਹੜਾ ਇਹ ਪੂਰਨ ਬਣਿਆ ਜੀ, ਨਹੀਂ ਤਾਂ ਅਪੂਰਨ ਸੰਬੰਧਕ ਹੈ ਜੀ।
ਅੱਗੇ ਮਿਸ਼ਰਤ ਸੰਬੰਧਕ ਜੀ ਜਾਂ ਦੁਬਾਜਰੇ ਸੰਬੰਧਕ ਕਿਹੜੇ ਹੁੰਦੇ ਨੇ, ਜਿਹੜੇ ਕਦੇ ਪੂਰਨ ਤੇ ਕਦੇ ਅਪੂਰਨ ਹੋਣ, ਜਿਵੇਂ ਉੱਤੇ ਨਾਲ ਹੇਠਾਂ ਅੱਗੇ ਪਿੱਛੇ ਦੁਆਰਾ ਜਿਹਾ ਆਦਿ। ਜਿਵੇਂ ਕਾਪੀ ਮੇਜ਼ ਦੇ ਉੱਤੇ ਹੈ, ਕਾਪੀ ਮੇਜ਼ ਉੱਤੇ ਵੇਖੋ। ਸੋ ਇੱਥੇ ਕਦੇ ਜਿਹੜਾ ਹੈ ਇਹ ਅਪੂਰਨ ਹੈ ਤੇ ਕਦੇ ਅਪੂਰਨ ਹੈ। ਜਿਵੇਂ ਥੋੜ੍ਹਾ ਅੱਗੇ ਹੋ ਕੇ ਬੈਠੋ ਔਰ ਥੋੜ੍ਹਾ ਜਿਹਾ ਅੱਗੇ ਹੋ ਕੇ ਬੈਠੋ। ਸੋ ਇੱਕ ਵਾਰੀ ਪੂਰਨ ਹੈ, ਇੱਕ ਵਾਰੀ ਅਪੂਰਨ ਹੈ, ਅੱਗੇ ਜਿਹੜਾ ਸ਼ਬਦ ਆਇਆ ਤੇ ਉੱਤੇ ਆਇਆ ਜੀ। ਨੈਕਸਟ ਹੈ ਜੀ ਯੋਜਕ ਜੋੜਨ ਵਾਲਾ, ਜਿਹੜਾ ਸ਼ਬਦ ਦੋ ਸ਼ਬਦਾਂ ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜੇ, ਜਿਵੇਂ ਤੇ, ਅਤੇ, ਪਰ, ਕਿਉਂਕਿ, ਜਿਹੜਾ, ਇਸ ਲਈ, ਤਾਂ, ਸਗੋਂ ਆਦਿ ਜੀ। ਸੋ ਇਹ ਜਿਹੜੇ ਕੀ ਨੇ, ਯੋਜਕ ਨੇ ਜੀ। ਕਿਸਮਾਂ ਕਾਰਜ ਦੇ ਆਧਾਰ 'ਤੇ ਨੇ ਜੀ। ਸਮਾਨ ਯੋਜਕ, ਜਿਹੜਾ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕੰਸ਼ਾਂ ਜਾਂ ਵਾਕਾਂ ਨੂੰ ਜੋੜੇ, ਜਿਵੇਂ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੋਨੋਂ ਜਿਹੜੇ ਨੇ ਬਰਾਬਰ ਨੇ ਜੀ। ਸੋ ਇੱਥੇ ਤੇ ਜਿਹੜਾ ਸੰਬੰਧਕ ਆਇਆ ਸਮਾਨ, ਯੋਜਕ ਆਇਆ ਤੇ ਯੋਜਕ ਸਮਾਨ ਯੋਜਕ ਹੈ ਜੀ। ਮੋਹਨ ਅਤੇ ਸੁਰਿੰਦਰ ਅਤੇ ਜਿਹੜਾ ਹੈ ਇਹ ਕੀ ਹੈ, ਸਮਾਨ ਯੋਜਕ ਹੈ, ਦੋਨੋਂ ਗੈਰ ਹਾਜ਼ਰ ਨੇ, ਦੋਨੋਂ ਸਮਾਨ ਨੇ ਜੀ। ਅਧੀਨ ਯੋਜਕ, ਜਿਹੜੇ ਸ਼ਬਦ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਤੇ ਅਧੀਨ ਉਪਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਜੀ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸੰਬੰਧਕ ਜਿਹੜਾ ਹੈ ਦੋ ਉਪਵਾਕਾਂ ਨੂੰ ਜਿਹੜਾ ਹੈ ਜੋੜ ਰਿਹਾ, ਦੋਵੇਂ ਇੱਕ ਦੂਜੇ ਦੇ ਅਧੀਨ ਨੇ। ਔਰ ਸੁਰਿੰਦਰ ਸਕੂਲ ਨਹੀਂ ਆਇਆ ਕਿਉਂਕਿ ਇੱਥੇ ਕੀ ਹੈ, ਅਧੀਨ ਯੋਜਕ, ਉਹ ਬਿਮਾਰ ਹੈ। ਸੋ ਜਿਹੜਾ ਹੈ ਦੋ ਅਧੀਨ ਉਪਵਾਕਾਂ ਨੂੰ ਜਿਹੜਾ ਇਹ ਜੋੜ ਰਹੇ ਨੇ ਜੀ। ਔਰ ਕਿਹੜੇ ਕਿਹੜੇ ਹੁੰਦੇ ਨੇ ਅਧੀਨ, ਕਿ, ਤਾਂ, ਫਿਰ ਵੀ, ਕਿਉਂਕਿ, ਤਾਂ ਕਿ, ਇਹ ਕੀ ਨੇ, ਅਧੀਨ ਯੋਜਕ। ਬਣਤਰ ਦੇ ਪੱਖ ਤੋਂ ਵੰਡ ਜਿਹੜੀ ਇਹ ਤਿੰਨ ਭਾਗਾਂ 'ਤੇ ਕੀਤੀ ਜਾਂਦੀ ਹੈ ਜੀ। ਇਕਹਿਰੇ ਯੋਜਕ, ਜਿਹੜੇ ਇਕੱਲੇ ਹੀ ਆ ਜਾਂਦੇ ਨੇ ਜੀ, ਜਿਹੜੇ ਯੋਜਕ ਇੱਕ ਸ਼ਬਦ ਦਾ ਬਣਿਆ ਹੁੰਦਾ ਹੈ, ਜਿਵੇਂ ਤੇ, ਅਤੇ, ਪਰ, ਜਾਂ, ਭਾਵੇਂ ਆਦਿ। ਸੰਯੁਕਤ ਯੋਜਕ ਕਿਹੜੇ ਹੁੰਦੇ ਨੇ, ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਨੇ ਜੀ, ਜਿਵੇਂ ਇਸ ਲਈ, ਇਸ ਕਰਕੇ, ਤਾਂ ਕਿ, ਤਾਂ ਜੋ, ਤਦੇ ਤਾਂ, ਕਿਉਂਕਿ। ਕੁਐਸਚਨ ਆ ਸਕਦਾ ਐਗਜ਼ਾਮ ਦੇ ਵਿੱਚ ਕਿ ਇਹ ਜਿਹੜਾ ਹੈ ਸੰਯੁਕਤ ਯੋਜਕ ਹੈ ਜਾਂ ਇਕਹਿਰਾ ਯੋਜਕ ਹੈ। ਸੋ ਜਦੋਂ ਦੋ ਇਕੱਠੇ ਸ਼ਬਦ ਆਉਣਗੇ ਤਾਂ ਸੰਯੁਕਤ ਹੈ ਜੀ, ਔਰ ਇਕਹਿਰੇ ਜਿਹੜੇ ਨੇ ਇਕੱਲਾ ਜਦੋਂ ਆਉਂਦਾ ਤੇ, ਅਤੇ, ਪਰ, ਜਾਂ, ਭਾਵੇਂ, ਇਹ ਕੀ ਨੇ, ਇਕਹਿਰੇ ਯੋਜਕ। ਅੱਗੇ ਹੈ ਜੀ ਸਹਿ ਸੰਬੰਧਕੀ ਯੋਜਕ ਟੁੱਟਵੇਂ ਰੂਪ ਵਿੱਚ ਵਰਤੇ ਜਾਂਦੇ ਹਨ, ਜਿਵੇਂ ਭਾਵੇਂ ਜ਼ੋਰ ਦੀ ਮੀਂਹ ਪੈ ਰਿਹਾ ਹੈ, ਫਿਰ ਵੀ। ਹੁਣ ਜਿਹੜਾ ਹੈ ਭਾਵੇਂ ਅਲੱਗ ਆ ਗਿਆ, ਫਿਰ ਵੀ ਜਿਹੜਾ ਹੈ ਬਾਅਦ ਦੇ ਵਿੱਚ ਆ ਗਿਆ। ਸੋ ਟੁੱਟਵੇਂ ਰੂਪ ਦੇ ਵਿੱਚ ਵਰਤੇ ਜਾਂਦੇ ਨੇ, ਉਹਨੂੰ ਬੋਲਦੇ ਨੇ ਜੀ ਸਹਿ ਸੰਬੰਧਕੀ ਜਾਂ ਟੁੱਟਵੇਂ ਯੋਜਕ ਜੀ। ਅੱਗੇ ਹੈ ਜੀ ਕਾਰਕ, ਕਿਸੇ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਹੋਰਨਾਂ ਸ਼ਬਦਾਂ, ਕਿਰਿਆ ਆਦਿ ਨਾਲ ਸੰਬੰਧ ਪ੍ਰਗਟ ਕਰਨ ਵਾਲੇ ਰੂਪਾਂ ਨੂੰ ਕਾਰਕ ਕਿਹਾ ਜਾਂਦਾ ਜੀ। ਕਾਰਕ ਦੇ ਦ੍ਰਿਸ਼ਟੀਕੋਣ ਤੋਂ ਵਾਕ ਦਾ ਕੇਂਦਰੀ ਧੁਰਾ ਜਿਹੜੀ ਹੈ ਕਿਰਿਆ ਹੈ। ਯਾਦ ਰੱਖਣਾ ਹੈ, ਕਾਰਕ ਦੇ ਦ੍ਰਿਸ਼ਟੀਕੋਣ ਤੋਂ ਵਾਕ ਦਾ ਕੇਂਦਰੀ ਧੁਰਾ ਕੀ ਹੈ, ਕਿਰਿਆ। ਕਿਸਮਾਂ ਕਿੰਨੀਆਂ ਨੇ ਜੀ, 8 ਕਿਸਮਾਂ ਨੇ ਕਾਰਕ ਦੀਆਂ। ਪਹਿਲਾ ਹੈ ਜੀ ਕਰਤਾ ਕਾਰਕ, ਵਾਕ ਦੇ ਵਿੱਚ ਕੰਮ ਕਰਨ ਵਾਲਾ ਨਾਮ ਜਾਂ ਪੜਨਾਮ, ਜਿਵੇਂ ਸੁਰਿੰਦਰ ਸਬਕ ਪੜ੍ਹਦਾ ਹੈ, ਅਸ਼ੋਕ ਨੇ ਪਾਠ ਪੜ੍ਹਿਆ, ਔਰ ਇਹਦਾ ਜਿਹੜਾ ਚਿੰਨ੍ਹ ਹੁੰਦਾ ਉਹ ਨੇ ਹੁੰਦਾ, ਕਾਰਕੀ ਚਿੰਨ੍ਹ। ਔਰ ਆਪਾਂ ਪਤਾ ਕਿਵੇਂ ਲਾਈਏ ਕਿ ਕਰਤਾ ਕਾਰਕ ਹੈ, ਕੁਐਸਚਨ ਦੇ ਰਾਹੀਂ ਆਪਾਂ ਪਤਾ ਲਗਾ ਸਕਦੇ ਹਾਂ। ਜਿਵੇਂ ਕੌਣ, ਸੋ ਕੌਣ ਸਬਕ ਪੜ੍ਹਦਾ ਹੈ, ਸੁਰਿੰਦਰ, ਤਾਂ ਸੁਰਿੰਦਰ ਇਹਦੇ ਵਿੱਚ ਕੀ ਹੈ, ਕਰਤਾ ਕਾਰਕ। ਕਿਸਨੇ ਪਾਠ ਪੜ੍ਹਿਆ, ਕੌਣ ਜਾਂ ਕਿਸਨੇ ਸ਼ਬਦ ਲਾ ਕੇ ਆਪਾਂ ਜਿਹੜਾ ਹੈ ਕਰਤਾ ਕਾਰਕ ਨੂੰ ਲੱਭ ਸਕਦੇ ਹਾਂ ਜੀ, ਅਸ਼ੋਕ ਨੇ। ਠੀਕ ਹੈ ਜੀ। ਨੈਕਸਟ ਹੈ ਜੀ ਕਰਮ ਕਾਰਕ, ਜਿਸ 'ਤੇ ਕੰਮ ਕੀਤਾ ਜਾਂਦਾ ਹੈ, ਜਿਸ 'ਤੇ ਜਿਹੜੇ ਕਿਰਿਆ ਦਾ ਅਸਰ ਹੋਵੇ, ਜਿਵੇਂ ਬਿੱਲੀ ਨੇ ਦੁੱਧ ਪੀਤਾ, ਤਾਂ ਇਹਦੇ ਵਿੱਚ ਕੀ ਹੈ, ਦੁੱਧ ਜਿਹੜਾ ਹੈ ਉਹ ਕੀ ਹੈ, ਕਰਮ ਕਾਰਕ ਹੈ ਜੀ। ਬੱਚੇ ਨੇ ਕਿਤਾਬ ਪੜ੍ਹੀ, ਤਾਂ ਕੀ ਪੜ੍ਹੀ ਜੀ, ਕਿਤਾਬ। ਕੀ ਪੀਤਾ, ਦੁੱਧ। ਸੋ ਕੀ ਲਾ ਕੇ ਜਿਹੜਾ ਹੈ ਕੀ ਕੀਤਾ ਸ਼ਬਦ, ਜਾਂ ਜਿਸ 'ਤੇ ਮਤਲਬ ਕੰਮ ਕੀਤਾ ਜਾਂਦਾ ਹੈ ਜਾਂ ਕਿਰਿਆ ਦਾ ਜਿਹੜਾ ਅਸਰ ਹੁੰਦਾ ਹੈ। ਯਾਦ ਰੱਖਣਾ, ਦੁੱਧ 'ਤੇ ਅਸਰ ਹੋ ਰਿਹਾ, ਬਿੱਲੀ ਦੁੱਧ ਪੀ ਰਹੀ ਹੈ, ਬੱਚਾ ਕਿਤਾਬ ਪੜ੍ਹ ਰਿਹਾ, ਤਾਂ ਕਿਤਾਬ ਅਤੇ ਦੁੱਧ ਇਹਦੇ ਵਿੱਚ ਕੀ ਨੇ, ਕਰਮ ਕਾਰਕ। ਕਰਨ ਕਾਰਕ, ਜਿਸ ਰਾਹੀਂ ਕੰਮ ਕੀਤਾ ਜਾਂਦਾ ਹੈ, ਉਹ ਪੈਨ ਨਾਲ ਲਿਖਦਾ ਹੈ, ਸਵੀਟੀ ਨੇ ਸਹੇਲੀ ਰਾਹੀਂ ਚਿੱਠੀ ਭੇਜੀ। ਸੋ ਇੱਥੇ ਜਿਹੜਾ ਪੈਨ ਹੈ ਔਰ ਸਹੇਲੀ ਰਾਹੀਂ, ਇਹ ਸ਼ਬਦ ਕੀ ਨੇ, ਕਰਨ ਕਾਰਕ ਨੇ ਜੀ। ਸੋ ਕਿਸ ਦੇ ਰਾਹੀਂ ਕੰਮ ਹੋ ਰਿਹਾ, ਇਹ ਚੀਜ਼ ਯਾਦ ਰੱਖਣੀ ਹੈ। ਇਹਦੇ ਜਿਹੜੇ ਕਾਰਕੀ ਚਿੰਨ੍ਹ ਨੇ ਉਹ ਹੈਗੇ ਨੇ ਜੀ ਨਾਲ, ਰਾਹੀਂ, ਤੋਂ, ਦੁਆਰਾ। ਸੋ ਕਿਸ ਦੁਆਰਾ ਕੰਮ ਹੋ ਰਿਹਾ, ਇਹ ਚੀਜ਼ ਦੇ ਰਾਹੀਂ ਆਪਾਂ ਕੱਢ ਸਕਦੇ ਹਾਂ ਕਰਨ
ਕਾਰਕ ਜੀ। ਪੈਨ ਰਾਹੀਂ ਹੋ ਰਿਹਾ, ਸਹੇਲੀ ਰਾਹੀਂ ਹੋ ਰਿਹਾ। ਸੰਪਰਦਾਇਨ ਕਾਰਕ ਜਿਸ ਲਈ ਕੰਮ ਕੀਤਾ ਜਾਵੇ, ਜਿਸ ਦੇ ਲਈ ਕੰਮ ਕੀਤਾ ਜਾਵੇ, ਜਿਸ ਵਾਸਤੇ ਕੰਮ ਕੀਤਾ ਜਾਵੇ, ਸੋ ਉਸ ਨੂੰ ਜਿਹੜਾ ਹੈ ਸੰਪਰਦਾਇਨ ਕਾਰਕ ਕਹਿੰਦੇ। ਜਿਵੇਂ ਪਿਤਾ ਨੇ ਬੱਚੇ ਲਈ ਮਿਹਨਤ ਕੀਤੀ, ਕਿਹਦੇ ਲਈ ਕੀਤੀ? ਬੱਚੇ ਲਈ। ਸੋ ਇੱਥੇ ਬੱਚੇ ਲਈ ਕੀ ਹੈ? ਸੰਪਰਦਾਇਨ ਕਾਰਕ। ਤੁਸੀਂ ਸਾਡੇ ਲਈ ਕੁਝ ਨਹੀਂ ਕੀਤਾ, ਤਾਂ ਇੱਥੇ ਕੀ ਹੈ? ਸਾਡੇ ਲਈ ਕੀ ਹੈ? ਸੰਪਰਦਾਇਨ ਕਾਰਕ। ਇਹਨੂੰ ਕਿਵੇਂ ਲੱਭ ਸਕਦੇ ਹਾਂ? ਕਿਸ ਦੇ ਲਈ ਜਾਂ ਕਿਸ ਵਾਸਤੇ ਜੀ, ਇਹ ਸ਼ਬਦ ਲਗਾ ਕੇ ਜੀ। ਔਰ ਇਹਦੇ ਚਿੰਨ੍ਹ ਨੇ ਲਈ, ਖਾਤਰ, ਵਾਸਤੇ। ਅਪਾਦਾਨ ਕਾਰਕ ਜਿਸ ਨਾਲੋਂ ਕੋਈ ਚੀਜ਼ ਜਿਹੜੀ ਹੈ ਵੱਖ ਕੀਤੀ ਜਾਵੇ, ਉਹ ਇੱਥੇ ਹੁਣੇ ਆਇਆ। ਸੋ ਇੱਥੇ ਜਿਹੜਾ ਹੈ, ਔਰ ਸੰਤੋਖ ਦਿੱਲੀੋਂ ਆਇਆ। ਦਿੱਲੀੋਂ ਸ਼ਬਦ ਕੀ ਹੈ? ਅਪਾਦਾਨ ਕਾਰਕ। ਸੋ ਅਲੱਗ ਹੋ ਰਹੇ ਨੇ ਜਿਹੜਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਵੱਖ ਹੋਣ ਦਾ ਜਿਹੜਾ ਭਾਵ ਹੈ ਉਹ ਪ੍ਰਗਟ ਹੋ ਰਿਹਾ। ਇਸ ਦੇ ਵਿੱਚ ਜਿਹੜੇ ਚਿੰਨ੍ਹ ਨੇ ਉਹ ਨੇ ਵਿੱਚੋਂ, ਪਾਸੋਂ, ਕੋਲੋਂ। ਠੀਕ ਹੈ ਜੀ। ਸੰਬੰਧ ਕਾਰਕ ਕੀ ਹੁੰਦਾ? ਵਾਕ ਵਿੱਚ ਜਦ ਕਿਸੇ ਨਾਮ ਜਾਂ ਪੜਨਾਮ ਦਾ ਕਿਸੇ ਦੂਜੇ ਨਾਮ ਜਾਂ ਪੜਨਾਮ ਉੱਤੇ ਮਾਲਕੀ ਦਾ ਸੰਬੰਧ ਦੱਸਿਆ ਜਾਵੇ। ਸੋ ਮਾਲਕੀ ਦਾ ਸੰਬੰਧ ਦੱਸਦਾ ਜੀ ਸੰਬੰਧ ਕਾਰਕ। ਜਿਵੇਂ ਇਹ ਸੁਰਜੀਤ ਦੀ ਕੋਠੀ ਹੈ। ਕਿਸ ਦੀ ਕੋਠੀ ਹੈ? ਸੁਰਜੀਤ ਦੀ। ਕਿਸ ਦਾ ਜਾਂ ਕਿਸ ਦੀ? ਇਹ ਤੇਰਾ ਸਕੂਟਰ ਹੈ। ਕਿਸ ਦਾ ਸਕੂਟਰ ਹੈ? ਤੇਰਾ। ਸੋ ਤੇਰਾ ਜਿਹੜਾ ਹੈ ਇਸ ਦੇ ਵਿੱਚ, ਔਰ ਸੁਰਜੀਤ ਕੀ ਹੈ? ਸੰਬੰਧ ਕਾਰਕ। ਕਿਸ ਦਾ ਜਾਂ ਕਿਸ ਦੀ ਸ਼ਬਦ ਲਾ ਕੇ ਆਪਾਂ ਜਿਹੜਾ ਇਸ ਦਾ ਜਿਹੜਾ ਹੈ ਪਤਾ ਲਗਾ ਸਕਦੇ ਹਾਂ ਜੀ। ਦਾ, ਦੇ, ਦੀ, ਮੇਰੀ, ਤੁਹਾਡੀ, ਤੇਰੀ, ਇਸ ਦੇ ਕਾਰਕੀ ਚਿੰਨ੍ਹ ਨੇ। ਅਧਿਕਰਨ ਕਾਰਕ ਵਾਕ ਵਿੱਚ ਕਿਰਿਆ ਦਾ ਕੰਮ ਜਿਸ ਨਾਮ ਜਾਂ ਪੜਨਾਮ ਦੇ ਆਸਰੇ ਜਾਂ ਜਿਸ ਥਾਂ ਹੋਵੇ। ਜਿਵੇਂ ਕੁੜੀ ਛੱਤ ਉੱਤੇ ਬੈਠੀ ਹੈ। ਕਿੱਥੇ ਬੈਠੀ ਹੈ? ਛੱਤ 'ਤੇ। ਠੀਕ ਹੈ ਜੀ। ਕਿੱਥੇ? ਕਿਸ ਉੱਤੇ? ਕਿਤਾਬ ਮੇਜ਼ ਉੱਤੇ ਪਈ ਹੈ, ਮੇਜ਼। ਕਮਰੇ ਵਿੱਚ ਬੈਠੋ। ਕਿੱਥੇ ਬੈਠੋ? ਕਮਰੇ ਵਿੱਚ। ਸੋ ਕਿੱਥੇ ਔਰ ਕਿਸ ਉੱਤੇ, ਇਹ ਸ਼ਬਦ ਲਾ ਕੇ ਆਪਾਂ ਅਧਿਕਰਨ ਕਾਰਕ ਦਾ ਪਤਾ ਲਗਾ ਸਕਦੇ ਹਾਂ। ਤੇ, ਉੱਤੇ, ਵਿੱਚ, ਅੰਦਰ, ਇਸ 'ਤੇ ਜਿਹੜੇ ਕਾਰਕੀ ਚਿੰਨ੍ਹ ਨੇ ਜੀ। ਸੰਬੋਧਨ ਕਾਰਕ ਨਾਮ ਦਾ ਜਿਹੜਾ ਰੂਪ ਸੰਬੋਧਨ ਲਈ ਵਰਤਿਆ ਜਾਵੇ। ਜਿਵੇਂ ਹੇ ਪ੍ਰਮਾਤਮਾ ਮਿਹਰ ਕਰੀ, ਤਾਂ ਇਹਦੇ ਵਿੱਚ ਹੇ ਪ੍ਰਮਾਤਮਾ ਕੀ ਹੈ? ਸੰਬੋਧਕੀ ਕਾਰਕ ਹੈ। ਓਏ ਮੁੰਡਿਆ ਮੇਰੀ ਗੱਲ ਸੁਣ, ਇਹਦੇ ਵਿੱਚ ਇਹ ਕੀ ਹੈ? ਸੰਬੋਧਕੀ ਕਾਰਕ ਹੈ ਜੀ। ਓਏ, ਨੀ, ਵੇ, ਇਹ ਜਿਹੜੇ ਇਸ ਦੇ ਇਹ ਚਿੰਨ੍ਹ ਨੇ। ਓਏ, ਨੀ, ਵੇ ਤੇ ਏ ਜੀ। ਅੱਗੇ ਹੈ ਜੀ ਵਿਸਮਿਕ। ਜ਼ਿਆਦਾ ਔਖਾ ਨਹੀਂ ਹੈ, ਸਿਰਫ ਇਹਦੀਆਂ ਕਿਸਮਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਉਹ ਸ਼ਬਦ ਜੋ ਖੁਸ਼ੀ, ਗਮੀ, ਹੈਰਾਨੀ, ਭੈ, ਪ੍ਰਸ਼ੰਸਾ ਪ੍ਰਗਟ ਲਈ ਮਨੋਭਾਵਾਂ ਨੂੰ ਜਿਹੜਾ ਪ੍ਰਗਟ ਕਰਦੇ ਨੇ ਉਹਨੂੰ ਵਿਸਮਿਕ ਕਿਹਾ ਜਾਂਦਾ। ਔਰ ਇਸ ਦਾ ਚਿੰਨ੍ਹ ਜਿਹੜਾ ਇਹ ਹੁੰਦਾ ਜੀ ਵਿਸਮਿਕ ਦਾ। ਔਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੀ? ਪ੍ਰਸ਼ੰਸਾਵਾਚਕ ਹੁੰਦੇ ਨੇ, ਜਿਵੇਂ ਧੰਨ, ਅਸ਼ਕੇ, ਸ਼ਾਬਾਸ਼ੇ, ਬੱਲੇ ਬੱਲੇ, ਸਦਕੇ, ਬਲਿਹਾਰੇ, ਬਹੁਤ ਵਧੀਆ ਕੰਮ ਕੀਤਾ ਹੈ ਨਾ। ਹੈਰਾਨੀਵਾਚਕ, ਵਾਹ ਬਈ ਵਾਹ, ਜਿਵੇਂ ਕਿਸੇ ਨੂੰ ਦੇਖ ਕੇ ਆਪਾਂ ਹੈਰਾਨ ਹੋ ਜਾਈਏ। ਹਲਾ, ਹੈ। ਇੱਛਾਵਾਚਕ, ਜੇ ਕਿਤੇ ਐਂ ਹੋ ਜਾਂਦਾ, ਹਾਏ ਜੇ ਕਿਤੇ ਮੈਂ ਪੜ੍ਹ ਲੈਂਦਾ ਹੈ ਨਾ, ਪੇਪਰ ਕਲੀਅਰ ਹੋ ਜਾਣਾ ਸੀ। ਹੇ ਰੱਬਾ, ਕਾਸ਼। ਅੱਗੇ ਹੈ ਸ਼ੋਕਵਾਚਕ, ਉਈ, ਅਫਸੋਸ, ਹਾਏ। ਸ਼ੋਕ ਪ੍ਰਗਟ ਕਰਨਾ, ਹਾਏ ਆ ਕੀ ਹੋ ਗਿਆ, ਅਫਸੋਸ ਹੈ ਨਾ। ਸੰਬੰਧ ਕੀ, ਇੱਥੇ ਸੰਬੋਧ ਨਹੀਂ ਕਰ ਲਿਓ ਜੀ ਇਸਨੂੰ। ਸੰਬੋਧ ਕੀ ਵਾਚਕ, ਨੀ, ਬੀਬਾ, ਅੜਿਆ, ਕੁੜੀਏ, ਵੇ, ਕੁੜੇ ਇੱਧਰ ਆਈ। ਸਤਿਕਾਰਵਾਚਕ, ਜੀ ਆਇਆਂ ਨੂੰ, ਆਓ ਜੀ, ਧੰਨ ਭਾਗ ਆਈਏ। ਫਟਕਾਰਵਾਚਕ, ਲੱਖ ਲਾਹਣਤ, ਤੇਰਾ ਕੱਖ ਨਾ ਰਹੇ, ਦੁਰ ਫਿੱਟੇ ਮੂੰਹ ਹੈ ਨਾ। ਆਸ਼ੀਸ਼ਵਾਚਕ, ਖੁਸ਼ ਰਹੋ, ਵਧੋ ਫੁੱਲੋ, ਜਿਉਂਦਾ ਰਹੇ, ਬੁੱਢ ਸੁਹਾਗਣ ਹੋਵੇਂ। ਸੂਚਨਾਵਾਚਕ, ਖਬਰਦਾਰ, ਹੁਸ਼ਿਆਰ, ਜਾਗਦੇ ਰਹੋ। ਸੋ 9 ਤਰ੍ਹਾਂ ਦੇ ਨੇ ਜੀ ਵਿਸਮਿਕ। ਵਿਸ਼ਰਾਮ ਚਿੰਨ੍ਹ 13 ਨੇ ਜੀ, ਆਪਾਂ ਜਾਣਦੇ ਹੀ ਹਾਂ। ਸਭ ਤੋਂ ਪਹਿਲਾਂ ਡੰਡੀ, ਪੂਰਨ ਵਿਸ਼ਰਾਮ, ਜਿੱਥੇ ਵਾਕ ਖਤਮ ਹੁੰਦਾ। ਪ੍ਰਸ਼ਨ ਚਿੰਨ੍ਹ, ਕੋਈ ਪ੍ਰਸ਼ਨ ਪੁੱਛਣ ਲਈ। ਵਿਸਮਿਕ ਆਪਾਂ ਕਰ ਹੀ ਚੁੱਕੇ ਹਾਂ, ਮਨ ਦੇ ਜਿਹੜੇ ਨੇ ਭਾਵਾਂ ਨੂੰ ਪ੍ਰਗਟ ਕਰਨ ਦੇ ਲਈ, ਹੈਰਾਨੀ, ਪ੍ਰਸ਼ੰਸਾ ਨੂੰ। ਜਾਂ ਕੌਮਾ, ਥੋੜ੍ਹੇ ਠਹਿਰਾਓ ਲਈ। ਬਿੰਦੀ, ਕੌਮਾ, ਜ਼ਿਆਦਾ ਠਹਿਰਾਓ ਲਈ। 2 ਬਿੰਦੀ, ਜਿਵੇਂ ਆਪਾਂ ਕਿਸੇ ਚੀਜ਼ ਦੀ ਕੋਈ ਸ਼ਾਰਟ ਫਾਰਮ ਲਿਖਣ ਦੇ ਲਈ ਇਸ ਦਾ ਜਿਹੜਾ ਇਸਤੇਮਾਲ ਕਰ ਲੈਂਦੇ ਹਾਂ। ਡੈਸ਼ ਦਾ ਜਿਵੇਂ ਆਪਾਂ ਲਿਖ ਲੈਂਦੇ ਹਾਂ ਵਾਕਾਂ ਨੂੰ 2 ਨੂੰ ਜੋੜਨ ਦੇ ਲਈ। ਔਰ 2 ਬਿੰਦੀ, ਡੈਸ਼ ਵਸਤੂਆਂ ਦਾ ਵੇਰਵਾ ਜਾਂ ਕਿਸੇ ਚੀਜ਼ ਦੀ ਉਦਾਹਰਨ ਦੇਣ ਦੇ ਲਈ, ਜਾਂ ਕੋਈ ਟੁੱਕ ਦੇਣ ਦੇ ਲਈ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਸਿਆਣੇ ਕਹਿੰਦੇ ਹਨ, ਸਿਆਣੇ ਕਹਿੰਦੇ ਹਨ, ਉਦੋਂ ਬਾਅਦ ਇਹ ਲੱਗ ਜੂਗੀ, ਫਿਰ ਲਿਖਿਆ ਜਾਊਗਾ 100 ਦਾਰੂ 1 ਘਿਓ, 100 ਚਾਚਾ 1 ਪਿਓ। 100 ਦਾਰੂ 1 ਘਿਓ, 100 ਚਾਚਾ 1 ਪਿਓ। ਅੱਗੇ ਹੈ ਜੀ ਬ੍ਰੈਕਟ। ਸੋ ਬ੍ਰੈਕਟ ਜਿਹੜਾ ਹੈ ਨਾਟਕ ਵਿੱਚ ਕਿਸੇ ਪਾਤਰ ਦੇ ਭਾਵਾਂ ਨੂੰ ਪ੍ਰਗਟਾਉਣ ਦੇ ਲਈ ਜਿਹੜਾ ਹੈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਅੱਗੇ ਹੈ ਜੀ ਜੋੜਨੀ।
ਇੱਦਾਂ ਛੋਟੀ ਜਿਹੀ ਡੈਸ਼ ਹੁੰਦੀ ਹੈ। ਸਮਾਸੀ ਅਤੇ ਮੂਲ ਸ਼ਬਦਾਂ ਦੇ ਵਿਚਕਾਰ ਜੋੜਨੀ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ, ਜਿਵੇਂ ਆਪਾਂ ਲਿਖ ਦਿੰਦੇ ਹਾਂ ਚੰਗਾ ਮੰਦਾ, ਚੰਗਾ ਡੈਸ਼ ਪਾ ਕੇ ਮੰਦਾ ਜੀ। ਇਸੇ ਤਰ੍ਹਾਂ ਸੁੱਖ ਦੁੱਖ ਲਿਖਦੇ ਹਾਂ ਤਾਂ ਹੈ ਨਾ। ਅਤੇ ਅੱਗੇ ਹੈ ਛੁੱਟ ਮਰੋੜਨੀ, ਜਿਵੇਂ ਆ ਛੋਟਾ ਜਿਹਾ ਪੁੱਠਾ ਜਿਹਾ ਕੌਮਾ ਹੁੰਦਾ ਜੀ, ਇਹ ਵੀ ਛੁੱਟ ਮਰੋੜਨੀ। ਛੁੱਟ ਮਰੋੜਨੀ ਸੰਖੇਪ ਦੇ ਵਿੱਚ ਸ਼ਬਦਾਂ ਨੂੰ ਜਿਵੇਂ ਆਪਾਂ ਲਿਖਣਾ ਹੋਵੇ, ਜਿਵੇਂ ਆਪਾਂ ਲਿਖ ਦਿੰਦੇ ਹਾਂ, ਜਿਵੇਂ ਇਹ ਲਿਖਿਆ ਹੋਇਆ ਤੇ ਹੈ ਨਾ, ਤੇ ਇਹਦਾ ਕੀ ਮਤਲਬ ਹੋਇਆ ਉੱਤੇ। ਅੱਗੇ ਹੈ ਜੀ ਬਿੰਦੀ। ਬਿੰਦੀ ਦੀ ਵਰਤੋਂ ਸ਼ਬਦ ਨੂੰ ਸੰਖੇਪ ਰੂਪ ਦੇ ਵਿੱਚ ਲਿਖਣ ਦੇ ਲਈ ਜਿਹੜੀ ਕੀਤੀ ਜਾਂਦੀ ਹੈ, ਜਿਵੇਂ ਆਪਾਂ ਲਿਖ ਦਿੰਦੇ ਹਾਂ ਪੰਡਿਤ ਜਵਾਹਰ ਲਾਲ ਨਹਿਰੂ ਲਿਖਣਾ ਹੁੰਦਾ ਤਾਂ ਜਿਵੇਂ ਪਾ ਦਿੰਦੇ ਹਾਂ JL ਨਹਿਰੂ ਹੈ ਨਾ, ਇਸ ਤਰੀਕੇ ਦੇ ਨਾਲ। ਸੋ ਇਹ ਸੀ ਜੀ ਕੋਸ਼ਿਸ਼ ਇੱਕ ਛੋਟੀ ਜੀ। ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰ ਦਿਓ। ਕੋਈ ਚੀਜ਼ ਸਮਝ ਨਾ ਲੱਗੀ ਹੋਵੇ ਜਿਹੜਾ ਇੱਕ ਹੋਰ ਵੀਡੀਓ ਦੇਖ ਲਾਂਗੇ, ਬਣਾ ਦਾਂਗੇ ਜੀ ਉਸ ਦੇ ਉੱਪਰ। ਔਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਹੈ ਕੁਛ ਇੰਪੋਰਟੈਂਟ ਜਿਹੜੇ ਮੁਹਾਵਰੇ ਜਾਂ ਅਖੌਤਾਂ ਨੇ ਉਹ ਡਿਸਕਸ ਕਰਾਂਗੇ ਜੀ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ।